हाँ जी स्टूडेंट्स, ਅੱਜ ਅਸੀਂ ਆਪਣੀ 12ਵੀਂ ਕਲਾਸ ਦੀ ਸੈਕਸ਼ਨ ਸੀ ਦੀ 5ਵੀਂ ਸਟੋਰੀ ਦਾ ਬਾਬਰਸ ਟ੍ਰੇਡ ਯੂਨੀਅਨ ਜਿਸ ਨੂੰ ਕਿ ਮੁਲਕ ਰਾਜ ਆਨੰਦ ਜੀ ਨੇ ਲਿਖਿਆ ਹੋਇਆ ਹੈ ਉਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ। ਇਹ ਇਸ ਚੈਪਟਰ ਦਾ ਸਾਡਾ ਦੂਸਰਾ ਵੀਡੀਓ ਹੋਏਗਾ। ਤਾਂ ਸਟੂਡੈਂਟਸ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਆਲਰੇਡੀ ਇਸ ਦਾ ਪਾਰਟ 1 ਬਣਾ ਚੁੱਕਿਆ ਹਾਂ ਜਿਸ ਦੇ ਵਿੱਚ ਮੈਂ ਸਟੋਰੀ ਦੇ ਪਹਿਲੇ 3 ਪੇਜ ਤੁਹਾਨੂੰ ਆਲਰੇਡੀ ਡਿਸਕਸ ਕੀਤੇ ਨੇ ਜਿਹਦੇ ਵਿੱਚ ਮੈਂ इंट्रोडक्टरी पैराग्राफ पूरा ਤੁਹਾਨੂੰ ਸਮਝਾਇਆ ਹੈ ਮੁਲਕ ਰਾਜ ਆਨੰਦ ਜੀ ਬਾਰੇ ਜਾਣਕਾਰੀ ਦਿੱਤੀ ਹੈ ਤੇ ਫਿਰ ਮੈਂ ਜਿਹੜੀ ਸਟੋਰੀ ਦਾ ਟੈਕਸਟ ਹੈ ਉਸ ਨੂੰ ਪੂਰਾ ਡਿਟੇਲ ਦੇ ਵਿੱਚ ਸਿੰਪਲ ਲੈਂਗੁਏਜ ਦੇ ਵਿੱਚ ਸਮਝਾਇਆ ਹੈ ਅਤੇ ਗਲੋਸਰੀ ਦੇ ਵਿੱਚ ਜੋ ਵਰਡਸ ਤੁਹਾਡੇ ਆਏ ਨੇ ਉਹਨਾਂ ਨੂੰ ਮੈਂ ਨਾਲ ਐਕਸਪਲੇਨ ਕੀਤਾ ਹੈ। ਉਮੀਦ ਹੈ ਕਿ ਤੁਸੀਂ ਇਹ ਪਾਰਟ 1 ਵਾਲਾ ਵੀਡੀਓ ਦੇਖਿਆ ਹੋਵੇਗਾ। ਜੇਕਰ ਨਹੀਂ ਦੇਖਿਆ ਤਾਂ ਮੈਂ ਉੱਪਰ ਤੁਹਾਨੂੰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਕਿਉਂਕਿ ਤਾਂ ਹੀ ਅੱਗੇ ਸਟੋਰੀ ਕੰਟੀਨਿਊ ਕਰਨ ਦਾ ਫਾਇਦਾ ਹੈ। ਪਰ ਜਿਹੜੇ ਸਟੂਡੈਂਟਸ ਨੇ ਇਹ ਪਾਰਟ ਦੇਖ ਰੱਖਿਆ ਹੈ ਉਹ ਅੱਜ ਵਾਲਾ ਵੀਡੀਓ ਕੰਟੀਨਿਊ ਕਰ ਸਕਦੇ ਹਨ। ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟਸ ਸਟੋਰੀ ਦਾ ਸੈਕਿੰਡ ਪਾਰਟ ਸ਼ੁਰੂ ਕਰ ਰਹੇ ਹਾਂ ਕਿ ਵਨ ਡੇ ਆਈ ਵਾਸ ਥ੍ਰਿਲਡ ਟੂ ਫਾਈਂਡ ਚੰਦੂ ਐਟ ਦਾ ਡੋਰ ਆਫ ਮਾਈ ਹਾਊਸ ਇਨ ਦਾ ਮੋਰਨਿੰਗ। ਕਹਿੰਦੇ ਇੱਕ ਦਿਨ ਚੰਦੂ ਨੂੰ ਮੈਂ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਦੇਖਿਆ ਸਵੇਰ ਵੇਲੇ ਅਤੇ ਮੈਂ ਬੜਾ ਹੀ ਥ੍ਰਿਲ ਹੋ ਗਿਆ, ਬੜਾ ਹੀ ਮੈਂ ਅਚੰਭਿਤ ਜਾ ਹੋ ਗਿਆ ਉਸ ਨੂੰ ਦੇਖ ਕੇ। He was dressed up in a white turban, a white rubber coat, a little too big for him, but nevertheless very splendid, a pair of pumps in which I could see my face reflected in clear silhouette, and he had a leather bag in his hand. ਤਾਂ ਉਸਨੇ ਕੱਪੜੇ ਪਾਏ ਹੋਏ ਸੀਗੇ ਜੀ ਕਿਸ ਤਰ੍ਹਾਂ ਦੇ ਕਿ ਉਸਨੇ ਵਾਈਟ ਕਲਰ ਦੀ ਚਿੱਟੇ ਕਲਰ ਦੀ ਇੱਕ ਪਗੜੀ ਪਾਈ ਹੋਈ ਸੀ। ਇਸੇ ਤਰ੍ਹਾਂ ਵਾਈਟ ਕਲਰ ਦਾ ਇੱਕ ਰਬਰ ਕੋਟ ਪਾਇਆ ਹੋਇਆ ਸੀ ਜਿਸ ਤਰ੍ਹਾਂ ਡਾਕਟਰਾਂ ਨੇ ਪਾਇਆ ਹੁੰਦਾ ਹੈ। ਹਾਲਾਂਕਿ ਉਹ ਜਿਹੜਾ ਕੋਟ ਸੀ ਉਸ ਦੇ ਲਈ ਥੋੜ੍ਹਾ ਜਿਹਾ ਵੱਡਾ ਸੀ ਪਰ ਫਿਰ ਵੀ ਉਹ ਸਪਲੈਂਡਿਡ ਲੱਗ ਰਿਹਾ ਸੀ। ਨਾ ਸਪਲੈਂਡਿਡ ਦਾ ਮਤਲਬ ਹੁੰਦਾ ਬੱਚਿਓ ਸ਼ਾਨਦਾਰ, ਜਿਹੜੀ ਚੀਜ਼ ਬਹੁਤ ਹੀ ਜ਼ਿਆਦਾ ਸਾਨੂੰ ਫਬੇ ਉਸ ਨੂੰ ਆਪਾਂ ਕਹਿੰਦੇ ਹਾਂ। ਇੱਕ ਪੰਪਾਂ ਦਾ ਜੋੜਾ ਵੀ ਪਾਇਆ ਹੋਇਆ ਸੀ ਤਾਂ ਪੰਪ ਸ਼ਬਦ ਪਹਿਲਾਂ ਵੀ ਆਇਆ ਸੀਗਾ। ਤਾਂ ਇਹ ਪੰਪਸ ਬੱਚਿਓ ਜਿਹੜੇ ਡਾਕਟਰ ਲੋਕ ਆਪਣੇ ਗਲੇ ਦੇ ਵਿੱਚ ਕੋਈ ਇਨਸਟਰੂਮੈਂਟ ਜਾਂ ਪਾ ਕੇ ਰੱਖਦੇ ਨੇ ਮਰੀਜ਼ਾਂ ਨੂੰ ਚੈੱਕ ਕਰਨ ਦੇ ਲਈ ਉਹਨੂੰ ਕਿਹਾ ਗਿਆ। ਤੇ ਕਿਉਂਕਿ ਉਹ ਸਟੀਲ ਦਾ ਬਣਿਆ ਹੁੰਦਾ ਤਾਂ ਉਹਦੇ ਵਿੱਚ ਮੈਂ ਆਪਣਾ ਚਿਹਰਾ ਝਲਕਦਾ ਬਿਲਕੁਲ ਦੇਖ ਸਕਦਾ ਸੀ ਇਨ ਕਲੀਅਰ ਸਿਲੂਐਟ। ਸਿਲੂਐਟ ਸ਼ਬਦ ਆਇਆ ਜੀ ਜਿਸ ਦੇ ਉੱਪਰ 15 ਨੰਬਰ ਪਾਇਆ ਤਾਂ ਆਪਾਂ ਗਲੋਸਰੀ ਵੀ ਚੈੱਕ ਕਰ ਸਕਦੇ ਹਾਂ ਇਸ ਦਾ ਕਿ ਦਾ ਡਾਰਕ ਆਊਟਲਾਈਨ ਔਰ ਸ਼ੇਪ ਆਫ ਅ ਪਰਸਨ ਔਨ ਐਨ ਆਬਜੈਕਟ ਦੈਟ ਕੈਨ ਬੀ ਸੀਨ ਅਗੇਂਸਟ ਅ ਲਾਈਟ ਬੈਕਗਰਾਊਂਡ। ਇਹ ਇੱਕ ਤਰ੍ਹਾਂ ਦਾ ਛਾਇਆ ਚਿੱਤਰ ਹੁੰਦਾ ਹੈ। ਤਾਂ ਪਿੱਛੋਂ ਲਾਈਟ ਪੈ ਰਹੀ ਹੋਵੇ ਤੇ ਸਾਡੀ ਸ਼ੈਡੋ ਕਿਸੇ ਲਾਈਟ ਬੈਕਗਰਾਊਂਡ ਤੇ ਪੈ ਰਹੀ ਹੋਵੇ ਤਾਂ ਇੱਕ ਡਾਰਕ ਆਊਟਲਾਈਨ ਜੀ ਬਣ ਜਾਂਦੀ ਹੈ ਜਿਵੇਂ ਤੁਹਾਨੂੰ ਤਸਵੀਰ 'ਚ ਦਿਖ ਰਹੀ ਹੈ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਚੀਜ਼ ਬਣਦੀ ਹੈ ਅਸੀਂ ਉਸ ਨੂੰ ਸਿਲੂਐਟ ਕਹਿੰਦੇ ਹਾਂ। ਤਾਂ ਮੈਨੂੰ ਆਪਣਾ ਜਿਹੜਾ ਫੇਸ ਸੀਗਾ ਉਹ ਸਿਲੂਐਟ ਵਰਗਾ ਨਜ਼ਰ ਆ ਰਿਹਾ ਸੀਗਾ ਉਸ ਦੇ ਇਹ ਪੰਪਸ ਦੇ ਵਿੱਚੋਂ ਅਤੇ ਉਹਦੇ ਹੱਥ ਵਿੱਚ ਇੱਕ ਲੈਦਰ ਬੈਗ ਸੀਗਾ, ਚਮੜੇ ਦਾ ਬੈਗ ਫੜਿਆ ਹੋਇਆ ਸੀ ਉਸਨੇ ਅਤੇ ਹੀ ਵਾਸ ਸੈਟਿੰਗ ਆਫ ਔਨ ਹਿਜ਼ ਰਾਊਂਡ। ਸੈਟਿੰਗ ਆਫ ਦਾ ਮਤਲਬ ਹੁੰਦਾ ਹੈ, ਇਹ ਇੱਕ ਫਰੇਜ਼ਲ ਵਰਬ ਹੁੰਦੀ ਹੈ ਬੱਚਿਓ। ਇਹਦਾ ਮਤਲਬ ਹੁੰਦਾ ਹੈ ਟੂ ਸਟਾਰਟ ਔਨ ਅ ਜਰਨੀ। ਸਪੋਜ਼ ਕਰੋ ਆਪਾਂ ਕੋਈ ਯਾਤਰਾ ਸਟਾਰਟ ਕਰਨੀ ਹੋਵੇ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ। ਇਹਦਾ ਮਤਲਬ ਹੀ ਇੱਥੇ ਚੰਦੂ ਨੂੰ ਕਿਹਾ ਗਿਆ ਉਹ ਕਿਤੇ ਜਾ ਰਿਹਾ ਸੀਗਾ ਗੇੜੀ ਲਾਉਣ ਪਰ ਉਹ ਮੈਨੂੰ ਦਿਖਾਣ ਆਇਆ ਸੀ ਕਿ ਉਹ ਕਿੰਨਾ ਸ਼ਾਨਦਾਰ ਲੱਗ ਰਿਹਾ ਸੀ ਇਨ ਹਿਜ਼ ਨਿਊ ਰਿਗਆਊਟ। ਰਿਗਆਊਟ ਦਾ ਮਤਲਬ ਡਰੈਸ, ਇਹ ਪਹਿਲਾਂ ਵੀ ਸ਼ਬਦ ਆਇਆ ਜੀ। ਤਾਂ ਇਸ ਪੈਰੇ ਦੇ ਵਿੱਚ ਚੰਦੂ ਉਹੀ ਬਣ ਕੇ ਆਇਆ ਜੋ ਇਸ ਦੀ ਮੁੱਢ ਤੋਂ ਬਹੁਤ ਜ਼ਿਆਦਾ ਤਮੰਨਾ ਸੀ ਕਿ ਮੈਂ ਡਾਕਟਰ ਵਾਂਗੂ ਲੱਗਾ। ਇਸ ਤੋਂ ਪਹਿਲਾਂ ਵਾਲੇ ਪੈਰੇ ਦੇ ਵਿੱਚ ਆਪਾਂ ਦੇਖਿਆ ਨਾ ਉਸ ਦੀ ਮਨ ਦੇ ਵਿੱਚ ਇੱਕ ਬੜੇ ਲੰਬੇ ਸਮੇਂ ਤੋਂ ਇੱਛਾ ਸੀ ਕਿ ਮੈਂ ਕਾਲਾ ਖਾਨ ਵਾਂਗੂ ਡਾਕਟਰ ਲੱਗਾ ਤੇ ਅੱਜ ਉਹ ਉਵੇਂ ਬਣ ਕੇ ਆ ਗਿਆ ਤੇ ਬੜਾ ਸ਼ਾਨਦਾਰ ਲੱਗ ਰਿਹਾ ਹੈ। ਮਾਰਵਲਸ, ਆਈ ਸੈਡ ਮਾਰਵਲਸ, ਬਹੁਤ ਵਧੀਆ, ਮੈਂ ਕਿਹਾ ਬਹੁਤ ਵਧੀਆ। ਤਾਂ ਚੰਦੂ ਨੂੰ ਦੇਖ ਕੇ ਨਰੇਟਰ ਕਹਿ ਰਿਹਾ ਕਿ ਬਹੁਤ ਵਧੀਆ ਲੱਗ ਰਿਹਾ ਤੂੰ। ਐਂਡ ਹੀ ਰਸ਼ਡ ਆਫ ਟੂਵਰਡਸ ਦੀ ਹਾਊਸ ਆਫ ਦਾ ਲੈਂਡਲੋਰਡ ਅਤੇ ਉਹ ਜਲਦੀ ਨਾਲ, ਰਸ਼ ਆਫ ਦਾ ਮਤਲਬ ਹੁੰਦਾ ਹੈ ਤੇਜ਼ੀ ਨਾਲ ਜਦੋਂ ਆਪਾਂ ਭੱਜ ਕੇ ਜਾਂਦੇ ਹਾਂ ਤਾਂ ਉਹ ਭੱਜ ਕੇ ਜਾਂਦਾ ਹੈ ਜੀ ਇੱਕ ਜ਼ਮੀਂਦਾਰ ਦੇ ਘਰ ਦੇ ਵੱਲ। ਹੋਮ ਹੀ ਸ਼ੇਵਡ ਐਵਰੀ ਮਾਰਨਿੰਗ, ਤਾਂ ਉਸ ਜ਼ਮੀਂਦਾਰ ਦੀ ਉਹ ਸ਼ੇਵ ਰੋਜ਼ ਕਰਦਾ ਹੈ ਸਵੇਰ ਵੇਲੇ। ਮਾਈ ਸੈਲਫ ਫੋਲੋਇੰਗ ਐਡਮਾਇਰਿੰਗਲੀ ਬਿਹਾਈਂਡ, ਅਤੇ ਮੈਂ ਉਸ ਦਾ
ਐਡਮਾਇਰ ਕਰਦੇ ਹੋਏ ਮਤਲਬ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਉਸ ਦਾ ਪਿੱਛਾ ਕੀਤਾ। ਮਤਲਬ ਚੰਦੂ ਅੱਗੇ ਅੱਗੇ ਜਾ ਰਿਹਾ ਹੈ ਅਤੇ ਨਰੇਟਰ ਉਸ ਦੇ ਪਿੱਛੇ ਪਿੱਛੇ ਜਾ ਰਿਹਾ। ਦੇਰ ਆਰ ਨੋਟ ਮੈਨੀ ਪੀਪਲ ਇਨ ਦਾ ਸਟਰੀਟ ਐਟ ਦਿਸ ਟਾਈਮ। ਤਾਂ ਇਸ ਸਮੇਂ ਗਲੀ ਦੇ ਵਿੱਚ ਜ਼ਿਆਦਾ ਲੋਕ ਨਹੀਂ ਸਨ। ਸੋ ਆਈ ਅਲੋਨ ਵਿਟਨੈਸ ਦੀ ਗਲੋਰੀ ਆਫ ਚੰਦੂ। ਇਸ ਕਰਕੇ ਮੈਂ ਇਕੱਲਾ ਹੀ ਚੰਦੂ ਦੀ ਸ਼ਾਨ ਨੂੰ ਦੇਖ ਰਿਹਾ ਸੀ। ਗਲੋਰੀ ਦਾ ਮਤਲਬ ਇੱਥੇ ਹੈ ਸ਼ਾਨ। ਡਰੈਸਡ ਅਪ ਐਜ਼ ਅ ਡਾਕਟਰ, ਹੁਣ ਚੰਦੂ ਇੱਕ ਡਾਕਟਰ ਦੇ ਉਹਨੇ ਡਰੈਸ ਪਾਈ ਹੋਈ ਸੀ। ਐਕਸੈਪਟ ਆਫ ਕੋਰਸ ਦੈਟ ਹੀ ਹਿਮਸੈਲਫ ਸੀਮਡ ਰਾਦਰ ਸੈਲਫ ਕੌਨਸ਼ੀਅਸ। ਹਾਲਾਂਕਿ ਉਹ ਮੈਨੂੰ ਜ਼ਿਆਦਾ ਸੈਲਫ ਕੌਨਸ਼ੀਅਸ ਨਜ਼ਰ ਆ ਰਿਹਾ ਸੀ। ਸੈਲਫ ਕੌਨਸ਼ੀਅਸ ਦਾ ਮਤਲਬ ਜਦੋਂ ਬੰਦਾ ਆਪਣੇ ਪ੍ਰਤੀ ਚੇਤਨ ਹੋ ਜਾਂਦਾ ਹੈ ਤਾਂ ਮੈਨੂੰ ਇਸ ਤਰ੍ਹਾਂ ਨਜ਼ਰ ਆ ਰਿਹਾ ਸੀ। ਕਿਉਂ? ਐਜ਼ ਕਿਉਂਕਿ ਹੀ ਸਟਰਟਡ ਅਪ ਦਾ ਸਟਰੀਟ। ਸਟਰਟਡ ਅਪ ਦਾ ਮਤਲਬ 16ਵੇਂ ਨੰਬਰ ਤੇ ਲਿਖਿਆ, ਇਹਦਾ ਮਤਲਬ ਹੈ ਸਟੂਡ ਔਰ ਵਾਕਡ ਸਟਿਫਲੀ। ਕਿ ਜਦੋਂ ਆਪਾਂ ਥੋੜਾ ਤਣ ਕੇ ਜਾਂ ਬਹੁਤ ਹੀ ਧਿਆਨ ਨਾਲ ਜਾਂਦੇ ਹਾਂ, ਕਿਤੋਂ ਦੀ ਲੰਘਦੇ ਹਾਂ, ਤਾਂ ਉਸ ਨੂੰ ਆਪਾਂ ਸਟਰਟਡ ਅਪ ਕਹਿੰਦੇ ਹਾਂ। ਤਾਂ ਉਹ ਗਲੀ ਦੇ ਵਿੱਚੋਂ ਦੀ ਬੜਾ ਧਿਆਨ ਨਾਲ ਤਣ ਕੇ ਜੇ ਲੰਘ ਰਿਹਾ ਸੀ, ਕੇਅਰਫੁਲੀ, ਬੜਾ ਧਿਆਨ ਨਾਲ। ਕਿਉਂ? ਅਵੋਇਡਿੰਗ ਦਾ ਟੇਂਟ ਆਫ ਕਾਊ ਡੰਗ ਕੇਕਸ ਵਿਚ ਫਲੋਡ ਥਰੂ ਦਾ ਡਰੇਨਸ। ਤਾਂ ਉੱਥੇ ਨਾਲੀਆਂ ਦੇ ਵਿੱਚੋਂ ਦੀ ਨਾ ਕਾਊ ਡੰਗ ਕੇਕਸ, ਤਾਂ ਕਾਊ ਡੰਗ ਕੇਕਸ ਕਿਹਨੂੰ ਕਿਹਾ ਗਿਆ? ਗੋਬਰ ਨੂੰ। ਤਾਂ ਗੋਬਰ ਵਹਿੰਦਾ ਜਾ ਰਿਹਾ ਸੀ ਤਾਂ ਉਸਦੇ ਛਿੱਟੇ ਉਸਦੇ ਕੱਪੜਿਆਂ ਤੇ ਨਾ ਪੈ ਜਾਣ। ਟੇਂਟ ਦਾ ਮਤਲਬ ਛਿੱਟੇ ਕੱਪੜਿਆਂ ਤੇ ਨਾ ਪੈ ਜਾਣ, ਤਾਂ ਉਸ ਨੂੰ ਅਵੋਇਡ ਕਰਦੇ ਹੋਏ ਗਲੀ ਦੇ ਵਿੱਚੋਂ ਲੰਘ ਰਿਹਾ ਸੀ। ਬਟ ਐਜ਼ ਵੀ ਐਂਟਰਡ ਦੀ ਹੋਮ ਆਫ ਦਾ ਲੈਂਡਲੋਰਡ, ਪਰ ਜਿਵੇਂ ਹੀ ਅਸੀਂ ਲੈਂਡਲੋਰਡ ਦੇ ਘਰ ਦੇ ਵਿੱਚ ਸਾਨੇ ਐਂਟਰ ਕੀਤਾ, ਦਾਖਲ ਹੋਏ, ਵੀ ਮੈਟ ਦੇਵੀ, ਅਸੀਂ ਦੇਵੀ ਨੂੰ ਮਿਲੇ। ਤਾਂ ਦੇਵੀ ਕੌਣ ਹੈ ਜੀ? ਦਾ ਲੈਂਡਲੋਰਡਸ ਲਿਟਲ ਸਨ। ਤਾਂ ਉਹ ਜ਼ਮੀਂਦਾਰ ਦਾ ਛੋਟਾ ਜਿਹਾ ਬੇਟਾ ਹੈ। ਉਹ ਕਲੈਪਡ ਹਿਜ਼ ਹੈਂਡ, ਜਿਸਨੇ ਕਿ ਤਾੜੀਆਂ ਵਜਾਈਆਂ, ਵਿਦ ਜੋਏ, ਖੁਸ਼ੀ ਦੇ ਨਾਲ, ਐਂਡ ਸ਼ਾਊਟਡ, ਅਤੇ ਉਹ ਚਿਲਾਇਆ, ਟੂ ਅਨਾਊਂਸ, ਇਹ ਅਨਾਊਂਸ ਕਰਨ ਲਈ, ਦੀ ਕਮਿੰਗ ਆਫ ਚੰਦੂ, ਕਿ ਚੰਦੂ ਆ ਰਿਹਾ ਹੈ। ਦਾ ਬਾਰਬਰ, ਜੋ ਨਾਈ ਹੈ, ਇਨ ਅ ਬਿਊਟੀਫੁਲ ਹੀਰੋਇਕ ਡਰੈਸ, ਅਤੇ ਉਸਨੇ ਇੱਕ ਬਹੁਤ ਹੀ ਵਧੀਆ ਖੂਬਸੂਰਤ ਹੀਰੋ ਵਰਗੀ ਡਰੈਸ ਪਾਈ ਹੋਈ ਹੈ। ਲਾਈਕ ਦੈਟ ਆਫ ਦਾ ਪਾਦਰੇ ਸਾਹਿਬ ਆਫ ਦਾ ਮਿਸ਼ਨ ਸਕੂਲ, ਜਿੱਦਾਂ ਦੀ ਡਰੈਸ ਮਿਸ਼ਨ ਸਕੂਲ ਦੇ ਪਾਦਰੀ ਸਾਹਿਬ ਪਾਉਂਦੇ ਨੇ, ਐਦਾਂ ਦੀ ਡਰੈਸ ਪਾ ਕੇ ਅੱਜ ਚੰਦੂ ਆ ਰਿਹਾ। ਤਾਂ ਇਹ ਅਨਾਊਂਸ ਕਰ ਰਿਹਾ ਜੀ ਤਾੜੀਆਂ ਵਜਾ ਕੇ, ਰਾਮ 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 ਸੈਡ ਬਿਜੋਏ ਚੰਦ ਦਾ ਬਰਲੀ ਲੈਂਡਲੋਰਡ। ਤਾਂ ਹੁਣ ਚੰਦੂ ਨੂੰ ਦੇਖ ਕੇ ਬਿਜਾਏ ਚੰਦ ਰਾਮ 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 ਕਹਿ ਰਹੇ ਹੈ। ਤਾਂ ਉਹ ਕੌਣ ਹੈ ਜੀ? ਬਰਲੀ ਲੈਂਡਲੋਰਡ ਹੈ। ਤਾਂ ਬਰਲੀ 17 ਨੰਬਰ ਤੇ ਲਿਖਿਆ, ਲਾਰਜ ਵੈਲ ਬਿਲਟ ਐਂਡ ਮਸਕਿਊਲਰ। ਤਾਂ ਜਿਸ ਇਨਸਾਨ ਦੀ ਕੱਦ ਕਾਠ ਕਾਫੀ ਵਧੀਆ ਹੋਵੇ ਤੇ ਮਜ਼ਬੂਤ ਸਰੀਰ ਵਾਲਾ ਹੋਵੇ, ਅਸੀਂ ਉਸ ਨੂੰ ਬਰਲੀ ਕਹਿੰਦੇ ਆ। ਤੇ ਉਹ ਕੀ ਕਰ ਰਿਹਾ? ਟਚਿੰਗ ਦਾ ਸੈਕਰੇਡ ਥ੍ਰੈਡ ਵਿਚ ਹੰਗ ਓਵਰ ਹਿਜ਼ ਈਅਰ, ਅਤੇ ਉਸਨੇ ਆਪਣੇ ਕੰਨਾਂ ਤੇ ਇੱਕ ਕੋਈ ਮਾਲਾ ਜੀ ਪਾਈ ਹੋਈ ਹੈ, ਉਸ ਨੂੰ ਟੱਚ ਕਰਦਾ ਹੋਇਆ, ਕੰਨਾਂ ਨੂੰ ਟੱਚ ਕਰਦਾ ਹੋਇਆ ਉਹ ਰਾਮ ਰਾਮ ਕਹਿ ਰਿਹਾ ਹੈ। ਸਿੰਸ ਹੀ ਹੈਡ ਜਸਟ ਬੀਨ ਟੂ ਦਾ ਲੈਬੋਰੇਟਰੀ, ਉਹ ਹੁਣੇ ਲੈਬੋਰੇਟਰੀ ਤੋਂ ਬਾਹਰ ਆਇਆ ਨਾ। ਲੈਬੋਰੇਟਰੀ ਦਾ ਮਤਲਬ ਟਾਇਲਟ। ਦਾ ਸਨ ਆਫ ਅ ਪਿਗ, ਹੀ ਇਜ਼ ਬ੍ਰਿੰਗਿੰਗ ਅ ਲੈਦਰ ਬੈਗ ਆਫ ਕਾਊ ਹਾਈਡ ਇਨਟੂ ਆਵਰ ਹਾਊਸ। ਹੁਣ ਦੇਖੋ ਚੰਦੂ ਨੂੰ ਦੇਖ ਕੇ ਉਹ ਕੀ ਕਹਿ ਰਿਹਾ ਬਿਜੋਏ ਚੰਦ? ਕਹਿੰਦਾ ਸੂਰ ਦਾ ਬੱਚਾ, ਉਹ ਅੱਜ ਸਾਡੇ ਘਰੇ ਕਾਓ ਹਾਈਡ, ਗਾਂ ਦੀ ਚਮੜੀ ਤੋਂ ਬਣਿਆ ਹੋਇਆ ਇੱਕ ਲੈਦਰ ਦਾ ਬੈਗ ਲੈ ਕੇ ਆਇਆ ਸਾਡੇ ਘਰੇ। ਐਂਡ ਅ ਕੋਟ ਆਫ ਦਾ ਮੈਰੋ ਆਫ ਆਈ ਡੋਂਟ ਨੋ ਸਮ ਅਦਰ ਐਨੀਮਲਸ, ਅਤੇ ਇੱਕ ਇਹੋ ਜਿਹਾ ਕੋਟ ਪਾ ਕੇ ਆਇਆ ਜੋ ਸ਼ਾਇਦ ਮੈਨੂੰ ਲੱਗਦਾ ਹੈ ਕਿ ਕਿਸੇ ਜਾਨਵਰ ਦੀਆਂ ਹੱਡੀਆਂ ਦਾ ਬਣਿਆ ਹੋਇਆ ਹੈ। ਐਂਡ ਦੋਜ਼ ਇਵਲ ਬਲੈਕ ਅੰਗਰੇਜ਼ੀ ਸ਼ੂਜ਼, ਅਤੇ ਅੰਗਰੇਜ਼ੀ ਸ਼ੂਜ਼ ਵੀ ਪਾ ਕੇ ਆਇਆ ਉਹ। ਗੈਟ ਆਊਟ, ਬਾਹਰ ਨਿਕਲ ਜਾ, ਬਾਹਰ ਨਿਕਲ ਜਾ। ਯੂ ਸਨ ਆਫ ਅ ਡੈਵਿਲ, ਤੂੰ ਸ਼ੈਤਾਨ ਦਾ ਬੱਚਾ। ਡੈਵਿਲ ਦਾ ਮਤਲਬ ਹੁੰਦਾ ਹੈ ਜੀ ਸ਼ੈਤਾਨ। ਯੂ ਵਿਲ ਡਿਫਾਈਲ ਮਾਈ ਰਿਲੀਜਨ, ਕਹਿੰਦੇ ਤੂੰ ਮੇਰੇ ਧਰਮ ਨੂੰ ਭ੍ਰਸ਼ਟ ਕਰ ਦੇਗਾ। ਡਿਫਾਈਲ ਦਾ ਮਤਲਬ ਭ੍ਰਸ਼ਟ ਕਰਨਾ। ਆਈ ਸਪੋਜ਼ ਯੂ ਹੈਵ ਨੋ ਫੀਅਰ ਆਫ ਐਨੀਵਨ ਨਾਓ ਦੈਟ ਯੂਅਰ ਫਾਦਰ ਇਜ਼ ਡੈਡ। ਮੈਨੂੰ ਐਂ ਲੱਗਦਾ ਹੈ ਕਿ ਹੁਣ ਤੈਨੂੰ ਕਿਸ ਦਾ ਡਰ ਹੀ ਨਹੀਂ ਰਿਹਾ, ਕਿਉਂਕਿ ਤੇਰੇ ਪਿਤਾ ਜੀ ਦੀ ਡੈਥ ਹੋ ਗਈ। ਹੁਣ ਤੂੰ ਬਿਲਕੁਲ ਨਿਡਰ ਹੀ ਹੋ ਗਿਆ, ਜੋ ਚਾਹੇਗਾ ਉਹੀ ਕਰੇਗਾ। ਬਟ ਆਈ ਐਮ ਵੇਅਰਿੰਗ ਦੀ ਕਲੋਥਸ ਆਫ ਅ ਡਾਕਟਰ ਜਗੀਰਦਾਰ ਸਾਹਿਬ, ਸੈਡ ਚੰਦੂ। ਚੰਦੂ ਕਹਿੰਦਾ ਜਗੀਰਦਾਰ ਸਾਹਿਬ, ਮੈਂ ਤਾਂ ਸਿਰਫ ਡਾਕਟਰ ਦੇ ਕੱਪੜੇ ਪਾਏ ਹੋਏ ਨੇ। ਗੋ ਅਵੇ ਯੂ ਸਵਾਈਨ, ਫਿਰ ਦੇਖੋ ਉਸ ਨੂੰ ਸੂਰ ਕਹਿ ਰਿਹਾ, ਕਹਿੰਦੇ ਤੂੰ ਸੂਰ ਦੇ ਬੱਚੇ ਭੱਜ ਜਾ ਇੱਥੋਂ। ਗੋ ਅਵੇ ਐਂਡ ਵੀਅਰ ਕਲੋਥਸ ਬੀ ਫਿਟਿੰਗ ਯੂਅਰ ਲੋ ਸਟੇਟਸ ਐਜ਼ ਅ ਬਾਰਬਰ, ਕਹਿੰਦੇ ਉਹ ਕੱਪੜੇ ਪਾ ਜੋ ਤੇਰੇ ਨੀਵੀਂ ਜਾਤ ਵਾਲੇ ਨਾਈ ਦੇ ਕੱਪੜੇ ਹੁੰਦੇ ਨੇ, ਉਹੀ ਕੱਪੜੇ ਪਾ ਤੂੰ। ਐਂਡ ਡੂ ਨੋਟ ਲੈਟ ਮੀ ਸੀ ਯੂ ਪ੍ਰੈਕਟਿਸਿੰਗ ਐਨੀ ਆਫ ਯੂਅਰ ਨਿਊ ਫੈਂਗਲਡ ਨੋਸ਼ਨਸ ਔਰ ਐਲਸ ਆਈ ਵਿਲ ਹੈਵ ਯੂ ਫਲੋਗਡ, ਕਹਿੰਦੇ ਮੈਂ ਬਿਲਕੁਲ ਤੇਰੇ ਜਿਹੜੇ ਇਹ ਨਿਊ ਫੈਂਗਲਡ ਨੋਸ਼ਨਸ ਨੇ ਨਾ, ਨਿਊ ਫੈਂਗਲਡ ਦਾ ਮਤਲਬ ਹੁੰਦਾ ਅਟਪਟੇ, ਤੇ ਨੋਸ਼ਨਸ ਦਾ ਮਤਲਬ ਆਪਾਂ ਪਹਿਲਾਂ ਵੀ ਦੇਖਿਆ ਵਿਚਾਰ। ਤੇ ਜਿਹੜੇ ਤੇਰੇ ਇਹ ਅਟਪਟੇ ਵਿਚਾਰ ਤੇਰੇ ਅੰਦਰ ਆ ਰਹੇ ਨੇ ਇਹੋ ਜਿਹੇ ਕੱਪੜੇ ਪਾਉਣ ਦੇ, ਇਹ ਹੁਣ ਮੈਂ ਬਿਲਕੁਲ ਨਾ ਦੇਖਾਂ ਤੈਨੂੰ ਇਹੋ ਜਿਹਾ ਕੰਮ ਕਰਦੇ ਹੋਏ। ਨਹੀਂ ਤਾਂ ਔਰ ਐਲਸ, ਨਹੀਂ ਤਾਂ ਆਈ ਵਿਲ ਹੈਵ ਯੂ ਫਲੋਗਡ, ਮੈਂ ਤੈਨੂੰ ਕੁੱਟੂ ਸੋਟੀ ਦੇ ਨਾਲ। ਤਾਂ ਫਲੋਗ ਦਾ ਮਤਲਬ ਹੁੰਦਾ ਹੈ ਜੀ ਸੋਟੀ ਦੇ ਨਾਲ ਜਾਂ ਬੈਂਦ ਦੇ ਨਾਲ ਕੁੱਟਣਾ। ਬਟ ਰਾਜ ਵਿਜੈ ਚੰਦ ਸਾਹਿਬ, ਚੰਦੂ ਅਪੀਲ, ਪਰ ਚੰਦੂ ਵਿਚਾਰਾ ਫਿਰ ਅਪੀਲ ਕਰ ਰਿਹਾ ਹੈ, ਪਰ ਰਾਜ ਵਿਜੈ ਚੰਦ ਸਾਹਿਬ, ਗੈਟ ਅਵੇ, ਦੂਰ ਹੋ ਜਾ, ਦੂਰ ਹੋ ਜਾ। ਯੂ ਯੂਜ਼ਲੈਸ ਵਨ, ਹੇ ਨਿਕੰਮਿਆ ਤੂੰ ਦੂਰ ਹੋ ਜਾ। ਦੈਟ ਲੈਂਡਲੋਰਡ ਸ਼ਾਊਟਡ, ਵਿਜੈ ਚੰਦ चिल्ला के कह रहे हैं, डोंट कम एनी नियरर और विल हैव टू ट्रीट द होल हाउस विद अ सैक्रेड काउ डंग टू प्योरीफाइड, ਕਹਿੰਦੇ ਮੇਰੇ ਘਰੇ ਨਾ ਹੀ, ਨਹੀਂ ਤਾਂ ਮੈਨੂੰ ਪੂਰਾ ਘਰ ਜਿਹੜਾ ਹੈਗਾ ਉਹ ਕਾਉ ਡੰਗ ਦੇ ਨਾਲ, ਗਊ ਦੇ ਗੋਬਰ ਦੇ ਨਾਲ ਪਿਓਰੀਫਾਈ ਕਰਨਾ ਪਊਗਾ, ਸ਼ੁੱਧ ਕਰਨਾ ਪਊਗਾ, ਕਿਉਂਕਿ ਤੂੰ ਮੇਰੇ ਘਰ ਨੂੰ ਵੀ ਆ ਕੇ ਅਸ਼ੁੱਧ ਕਰ ਦੇਂਗਾ, ਤੂੰ ਮੇਰੇ ਘਰ ਦਾਖਲ ਨਾ ਹੋ, ਭੱਜ ਜਾ ਇੱਥੋਂ। ਤਾਂ ਸਟੂਡੈਂਟਸ, ਇੱਥੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਜਾਤ ਪਾਤ ਦਾ ਵਿਤਕਰਾ ਕਿੰਨਾ ਫੈਲਿਆ ਹੋਇਆ ਹੈ। ਚੰਦੂ ਨੇ ਕੀ ਕੀਤਾ? ਚੰਦੂ ਨੇ ਸਿਰਫ ਕੱਪੜੇ ਪਹਿਨੇ ਨੇ, ਹੋਰ ਕੁਝ ਨਹੀਂ ਕੀਤਾ। ਚੰਦੂ ਰਿਟਰਨ
ਤਾਂ ਇਹ ਸਾਰੀਆਂ ਗੱਲਾਂ ਸੁਣ ਕੇ ਦੁਖੀ ਹੋ ਕੇ ਚੰਦੂ ਮੁੜ ਜਾਂਦਾ ਹੈ। ਹਿਸ ਫੇਸ ਵਾਸ ਫਲਸ਼ਡ, ਹੁਣ ਉਸਦਾ ਫੇਸ ਹੈ ਪੂਰਾ ਲਾਲ ਹੋਇਆ ਹੋਇਆ ਹੈ, ਬਿਕੋਜ਼ ਬਹੁਤ ਜ਼ਿਆਦਾ ਗੁੱਸੇ 'ਚ ਵੀ ਹੈ, ਦੁਖੀ ਵੀ ਹੈ। ਹੀ ਵਾਸ ਕੰਪਲੀਟਲੀ ਟੇਕਨ ਅਬੈਕ। ਤਾਂ ਇੱਥੇ ਬੇਟਾ ਇੱਕ ਤੁਹਾਡੀ ਫਰੇਜ਼ਲ ਵਰਬ ਆਈ ਹੈ ਟੇਕ ਅਬੈਕ, ਉਸਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਹੈਰਾਨ ਹੋਣਾ। ਜਦੋਂ ਬਹੁਤ ਜ਼ਿਆਦਾ ਸ਼ੌਕ ਲੱਗੇ ਕਿਸੇ ਨੂੰ ਕਿ ਆਹ ਕੀ ਹੋ ਗਿਆ ਹੈ ਨਾ, ਜਦੋਂ ਬਹੁਤ ਜ਼ਿਆਦਾ ਸ਼ੌਕ ਲੱਗੇ ਕਿ ਆਹ ਕੀ ਹੋ ਗਿਆ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਟੇਕ ਅਬੈਕ। ਤਾਂ ਉਹ ਪੂਰੀ ਤਰ੍ਹਾਂ ਹੈਰਾਨ ਹੋ ਜਾਂਦਾ ਹੈ, ਬਹੁਤ ਜ਼ਿਆਦਾ ਦੁਖੀ ਹੁੰਦਾ ਹੈ। He did not look at me because of the shame he felt at being insulted before me, whose hero he knew he was. ਉਹ ਮੇਰੇ ਵੱਲ ਨਹੀਂ ਦੇਖਦਾ, ਮੈਂ ਵੀ ਉੱਥੇ ਹੀ ਹੁੰਨਾ ਨਾ। ਰਾਈਟਰ ਕਹਿ ਰਿਹਾ ਹੈ ਕਿ ਮੈਂ ਵੀ ਉੱਥੇ ਹੀ ਸੀਗਾ, ਉਹਦੇ ਪਿੱਛੇ ਪਿੱਛੇ ਮੈਂ ਗਿਆ ਸੀ, ਪਰ ਉਸਨੇ ਮੇਰੇ ਵੱਲ ਨਹੀਂ ਦੇਖਿਆ ਕਿਉਂਕਿ ਉਸ ਨੂੰ ਸ਼ਰਮ ਆਈ। ਸ਼ੇਮ ਦਾ ਮਤਲਬ ਸ਼ਰਮ ਆਈ, ਉਸਨੇ ਸ਼ਰਮ ਮਹਿਸੂਸ ਕੀਤੀ। ਸ਼ੇਮ ਹੀ ਫੈਲਟ, ਕਿਉਂਕਿ ਉਸ ਦੀ ਇਨਸਲਟ ਹੋਈ ਸੀ, ਉਸ ਦੀ ਬੇਇੱਜ਼ਤੀ ਹੋਈ ਸੀ ਮੇਰੇ ਸਾਹਮਣੇ ਬਿਫੋਰ ਮੀ, ਅਤੇ ਉਹ ਮੇਰਾ ਹੀਰੋ ਸੀ। ਹੂਜ਼ ਹੀਰੋ ਹੀ ਨਿਊ ਹੀ ਵਾਜ਼। ਮੇਰਾ ਹੀਰੋ ਕੌਣ ਸੀ? ਨਰੇਟਰ ਨੇ ਦੱਸਿਆ ਨਾ ਸ਼ੁਰੂ 'ਚ ਕਿ ਮੇਰਾ ਹੀਰੋ ਤਾਂ ਚੰਦੂ ਸੀ। ਚੰਦੂ ਨੂੰ ਵੀ ਪਤਾ ਸੀ ਕਿ ਨਰੇਟਰ ਮੈਨੂੰ ਆਪਣਾ ਹੀਰੋ ਮੰਨਦਾ ਹੈ। ਹੁਣ ਚੰਦੂ ਨੇ ਇਹ ਦੇਖਿਆ ਕਿ ਜਿਹੜਾ ਬੰਦਾ ਮੈਨੂੰ ਹੀਰੋ ਮੰਨਦਾ, ਮੇਰੀ ਬੇਇੱਜ਼ਤੀ ਉਸਦੇ ਸਾਹਮਣੇ ਹੋ ਗਈ, ਤਾਂ ਸ਼ਰਮ ਨਾਲ ਉਹ ਅੱਖਾਂ ਮਿਲਾ ਨਹੀਂ ਸਕਿਆ ਉਸਦੇ ਨਾਲ। ਐਂਡ ਹੀ ਰਸ਼ ਟੂਵਰਡਸ ਦਾ ਸ਼ੌਪ ਆਫ ਥਾਨੂ ਰਾਮ ਦੀ ਸ਼ਾਹੂਕਾਰ ਆਫ ਦਾ ਵਿਲੇਜ। ਅਤੇ ਉਹ ਭੱਜਦਾ ਭੱਜਦਾ, ਥਾਨੂ ਰਾਮ ਹੈ ਇੱਕ ਤੁਹਾਡਾ ਕਰੈਕਟਰ ਹੈ ਇਸ ਸਟੋਰੀ ਦੇ ਵਿੱਚ ਆਇਆ, ਉਹ ਪਿੰਡ ਦਾ ਸ਼ਾਹੂਕਾਰ ਹੈ, ਉਹਦੇ ਕੋਲ ਚਲਾ ਗਿਆ। ਉਹ ਕੈਪਟ ਆ ਗਰੋਸਰ ਸਟੋਰ ਐਟ ਦੀ ਕੋਰਨਰ ਆਫ ਦਾ ਲੇਨ। ਤਾਂ ਉਹਦੇ ਕੋਲੇ ਇੱਕ ਕਰਿਆਨੇ ਦੀ ਦੁਕਾਨ ਹੈ। ਗਰੋਸਰ ਸਟੋਰ ਦਾ ਮਤਲਬ ਹੁੰਦਾ ਹੈ ਕਰਿਆਨੇ ਦੀ ਦੁਕਾਨ, ਤੇ ਉਹ ਸੜਕ ਦੇ ਇੱਕ ਕਾਰਨਰ ਤੇ ਹੈ, ਤੇ ਉੱਥੇ ਉਹ ਆ ਜਾਂਦਾ ਹੈ। ਦੇਵੀ ਦਾ ਲੈਂਡਲੋਰਡ ਸਨ ਹੈਡ ਬਿਗਨ ਟੂ ਕ੍ਰਾਈ ਐਟ ਹਿਸ ਫਾਦਰਸ ਹਾਰਸ਼ ਵਰਡਸ। ਤਾਂ ਤੁਹਾਨੂੰ ਪਤਾ ਬੇਟਾ ਕਿ ਪਹਿਲਾਂ ਵੀ ਦੇਵੀ ਦਾ ਜ਼ਿਕਰ ਆਇਆ, ਇਹ ਉਸ ਵਿਜੋਏ ਚੰਦ ਦਾ ਬੇਟਾ ਹੈ, ਛੋਟਾ ਜਿਹਾ ਲੜਕਾ ਹੈ। ਤਾਂ ਉਹ ਵਿਚਾਰਾ ਰੋਣ ਲੱਗ ਗਿਆ ਕਿਉਂਕਿ ਉਹਦਾ ਫਾਦਰ ਬਹੁਤ ਜ਼ਿਆਦਾ ਉੱਚੀ ਉੱਚੀ ਤੇ ਸਖਤ ਸ਼ਬਦ ਚੰਦੂ ਨੂੰ ਬੋਲ ਰਿਹਾ ਸੀ, ਤੇ ਦੇਵੀ ਦਾ ਚੰਦੂ ਨਾਲ ਕਾਫੀ ਪਿਆਰ ਸੀ, ਅਟੈਚਮੈਂਟ ਸੀ। ਐਂਡ ਆਈ ਸਟਾਪ ਟੂ ਕੁਆਇਟਨ ਹਿਮ, ਅਤੇ ਮੈਂ ਰੁਕ ਗਿਆ ਉਸ ਨੂੰ ਚੁੱਪ ਕਰਾਉਣ ਦੇ ਲਈ। ਕਿਸ ਨੂੰ? ਦੇਵੀ ਨੂੰ। ਵੈਨ ਆਈ ਗੋਟ ਟੂ ਦੀ ਹੈਡ ਆਫ ਦਾ ਲੇਨ ਆਈ ਸੌ ਦਾ ਸ਼ਾਹੂਕਾਰ ਵਿਦ ਵਨ ਐਂਡ ਆਫ ਦਾ ਸਕੇਲ ਇਨ ਵਿਚ ਹੀ ਹੈਡ ਬੀਨ ਵੇਇੰਗ ਗ੍ਰੇਨ ਲਿਫਟਿਡ ਇਨ ਵਨ ਹੈਂਡ। ਕਹਿੰਦੇ ਜਦੋਂ ਮੈਂ ਉਸ ਗਲੀ ਦੇ ਸਿਰੇ ਤੇ ਪਹੁੰਚ ਗਿਆ ਤਾਂ ਮੈਂ ਸ਼ਾਹੂਕਾਰ ਨੂੰ ਦੇਖਿਆ ਕਿ ਉਸਦੇ ਇੱਕ ਹੱਥ ਦੇ ਵਿੱਚ ਸਕੇਲ ਪਕੜੀ ਹੋਈ ਹੈ ਨਾ। ਸਕੇਲ ਦਾ ਮਤਲਬ ਇੱਥੇ ਤੱਕੜੀ ਹੈ ਜੀ, ਕਿਉਂਕਿ ਸ਼ਾਹੂਕਾਰ ਹੈ, ਦੁਕਾਨ ਹੈ ਉਸਦੀ। ਤਾਂ ਉਸਨੇ ਤੱਕੜੀ ਪਕੜੀ ਹੋਈ ਹੈ ਜਿਸ ਦੇ ਵਿੱਚ ਉਹ ਅਨਾਜ ਨੂੰ ਤੋਲ ਰਿਹਾ ਹੈ, ਅਤੇ ਫਿਰ ਉਹ ਨਾਲ ਨਾਲ ਕੀ ਕਰ ਰਿਹਾ? ਅਬਿਊਜ਼ਿੰਗ ਚੰਦੂ ਇਨ ਦਾ ਫਾਊਲੈਸਟ ਵੇ। ਜਿੰਨੇ ਮਾੜੇ ਤੋਂ ਮਾੜੇ ਸ਼ਬਦ, ਫਾਊਲੈਸਟ ਦਾ ਮਤਲਬ ਜਿੰਨੇ ਗਲਤ ਤੋਂ ਗਲਤ ਸ਼ਬਦ ਉਹ ਵਰਤ ਸਕਦਾ ਹੈ, ਚੰਦੂ ਨੂੰ ਉਹਨਾਂ ਸ਼ਬਦਾਂ ਦੇ ਨਾਲ ਅਬਿਊਜ਼ ਕਰ ਰਿਹਾ, ਉਸ ਨੂੰ ਬੋਲ ਰਿਹਾ, ਮਾੜੀਆਂ ਗੱਲਾਂ ਕਹਿ ਰਿਹਾ। ਉਸ ਨੂੰ ਕੀ ਕਹਿ ਰਿਹਾ? ਯੂ ਲਿਟਲ ਸਵਾਈਨ, ਉਹੀ ਕਿ ਤੂੰ ਘਟੀਆ ਸਵਾਈਨ, ਉਸ ਨੂੰ ਗਾਲਾਂ ਕੱਢ ਰਿਹਾ ਹੈ। ਯੂ ਗੋ ਡਿਸਗਾਈਜ਼ਿੰਗ ਯੋਰਸੈਲਫ ਐਜ਼ ਅ ਕਲਾਊਨ ਵੈਨ ਯੂ ਔਟ ਟੂ ਬੀ ਬੀਅਰਿੰਗ ਯੋਰ ਰਿਸਪੋਂਸਿਬਿਲਿਟੀਜ਼ ਐਂਡ ਲੁਕਿੰਗ ਆਫਟਰ ਯੋਰ ਓਲਡ ਮਦਰ। ਕਹਿੰਦੇ ਤੂੰ ਇੱਕ ਕਲਾਊਨ ਬਣ ਕੇ ਉੱਥੇ ਆਪਣੇ ਆਪ ਨੂੰ ਪੇਸ਼ ਕਰ ਰਹੇ ਹੈ। ਡਿਸਗਾਈਜ਼ ਦਾ ਮਤਲਬ ਤੂੰ ਆਪਣਾ ਭੇਸ ਬਣਾ ਲਿਆ ਇੱਕ ਕਲਾਊਨ ਵਰਗਾ। ਕਲਾਊਨ ਦਾ ਮਤਲਬ ਜੋਕਰ, ਜੋਕਰ ਬਣ ਗਿਆ। ਹਾਲਾਂਕਿ ਤੈਨੂੰ ਚਾਹੀਦਾ ਕਿ ਤੂੰ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਤੂੰ ਨਿਭਾ ਅਤੇ ਆਪਣੀ ਬੁੱਢੀ ਮਾਂ ਦੀ ਦੇਖਭਾਲ ਕਰਨਾ। ਲੁੱਕ ਆਫਟਰ ਦਾ ਮਤਲਬ ਹੁੰਦਾ ਦੇਖਭਾਲ ਕਰਨਾ। ਇਹ ਇੱਕ ਫਰੇਜ਼ਲ ਵਰਬ ਹੈ ਬੱਚਿਓ, ਲੁੱਕ ਆਫਟਰ। ਯੂ ਗੋ ਵੀਅਰਿੰਗ ਦਾ ਡਿਫਾਈਲਡ ਕਲੋਥਸ ਆਫ ਦਾ ਹਸਪੀਟਲ ਫੋਕ। ਕਹਿੰਦੇ ਤੂੰ ਹਸਪੀਟਲ ਵਾਲੇ ਲੋਕਾਂ ਦੇ ਜਿਹੜੇ ਡਿਫਾਈਲਡ ਕਲੋਥਸ ਹੈ, ਮਤਲਬ ਕਿ ਜਿਹੜੇ ਅਪਵਿੱਤਰ ਕੱਪੜੇ, ਉਹ ਪਾਏਗਾ। ਐਂਡ ਕਮ ਬੈਕ ਇਨ ਯੋਰ ਓਨ ਕਲੋਥਸ, ਤੂੰ ਜਾ ਅਤੇ ਆਪਣੇ ਕੱਪੜਿਆਂ ਦੇ ਵਿੱਚ ਵਾਪਸ ਆ। ਦੈਨ ਆਈ ਸ਼ੈਲ ਲੈਟ ਯੂ ਕੱਟ ਮਾਈ ਹੇਅਰ, ਫਿਰ ਮੈਂ ਤੈਨੂੰ ਆਪਣੇ ਵਾਲ ਕੱਟਣ ਦੀ ਇਜਾਜ਼ਤ ਦਊਂਗਾ। ਐਂਡ ਐਜ਼ ਹੀ ਸੈਡ ਸੋ ਹੀ ਫੈਲਟ ਫॉर ਦਾ ਰਿਚੁਅਲ ਟਫਟ ਨੋਟ ਔਨ ਟੌਪ ਆਫ ਹਿਸ ਹੈਡ। ਜਦੋਂ ਇਹ ਗੱਲਾਂ ਕਹਿ ਰਿਹਾ ਸੀ ਤਾਂ ਉਸਨੇ ਆਪਣਾ ਹੱਥ ਜਿਹੜੀ ਆਪਣੇ ਸਿਰ ਦੇ ਉੱਪਰ ਉਸਨੇ ਛੋਟੀ ਜੀ ਬੋਦੀ ਰੱਖੀ ਹੋਈ ਸੀ। ਟਫਟ ਨੋਟ ਦਾ ਮਤਲਬ ਸਿਰ ਦੇ ਉੱਪਰ ਜਿਹੜੀ ਉਹਦੀ ਬੋਦੀ ਸੀ ਉਸ ਦੇ ਹੱਥ ਲਗਾ ਕੇ, ਉਹ ਜਿਹੜੀ ਕਿ ਉਸਦੇ ਟੌਪ ਆਫ ਦਾ ਹੈਡ ਸੀ, ਸਿਰ ਦੇ ਉੱਪਰ ਸੀ, ਉਸੇ ਹੱਥ ਲਗਾ ਕੇ ਉਹ ਇਹ ਸਾਰੀਆਂ ਗੱਲਾਂ ਚੰਦੂ ਨੂੰ ਕਹਿ ਰਿਹਾ ਸੀ। ਤਾਂ ਹੁਣ ਤੁਸੀਂ ਅੰਦਾਜ਼ਾ ਲਾਓ ਬੱਚਿਓ ਕਿ ਚੰਦੂ ਨੂੰ ਹਰ ਉੱਚੀ ਜਾਤ ਵਾਲਾ ਜਿਹੜਾ ਇਨਸਾਨ ਹੈ ਉਹ ਦੁਰਕਾਰ ਰਿਹਾ ਹੈ, ਉਸਦਾ ਮਜ਼ਾਕ ਉਡਾ ਰਿਹਾ ਹੈ, ਉਸ ਨੂੰ ਮਾੜਾ ਬੋਲ ਰਿਹਾ, ਉਸ ਨੂੰ ਗਾਲਾਂ ਕੱਢ ਰਿਹਾ ਹੈ। ਸਿਰਫ ਚੰਦੂ ਦਾ ਇਹੀ ਕਸੂਰ ਹੈ ਕਿ ਉਸਨੇ ਡਾਕਟਰਾਂ ਵਾਲੇ ਕੱਪੜੇ ਪਾਏ ਨੇ। ਚੰਦੂ ਲੁਕਡ ਵੈਰੀ ਕ੍ਰੈਸਟ ਫਾਲਨ। ਨਾਓ ਕ੍ਰੈਸਟ ਫਾਲਨ ਸ਼ਬਦ ਗਲੋਸਰੀ 'ਚ ਆਇਆ, 18 ਨੰਬਰ ਹੈ, ਆਪਾਂ ਦੇਖ ਲੈਂਦੇ ਹਾਂ ਜੀ। ਸੈਡ ਬਿਕੋਜ਼ ਆਫ ਅ ਰੀਸੈਂਟ ਡਿਸਅਪਾਇੰਟਮੈਂਟ। ਜਦੋਂ ਆਪਣੇ ਨਾਲ ਕੋਈ ਤਾਜ਼ੀ ਕੋਈ ਐਸੀ ਗੱਲ ਹੋਈ ਹੋਵੇ, ਬਹੁਤ ਹੀ ਮਾੜੀ ਗੱਲ ਹੋਈ ਹੋਵੇ, ਤਾਂ ਅਸੀਂ ਬਹੁਤ ਜ਼ਿਆਦਾ ਦੁਖੀ ਹੋ ਜਾਈਏ ਤਾਂ ਅਸੀਂ ਇਸ ਨੂੰ ਕਹਿੰਦੇ ਹਾਂ ਕ੍ਰੈਸਟ ਫਾਲਨ। ਤਾਂ ਚੰਦੂ ਬਹੁਤ ਜ਼ਿਆਦਾ ਦੁਖੀ ਸੀ। ਐਂਡ ਰੈਨ ਇਨ ਅ ਵਾਈਲਡ ਰੇਜ ਪਾਸਟ ਮੀ, ਅਤੇ ਉਹ ਦੌੜ ਕੇ ਮੇਰੇ ਕੋਲੋਂ ਦੀ ਲੰਘ ਗਿਆ। ਵਾਈਲਡ ਰੇਜ, ਗੁੱਸੇ ਦੇ ਨਾਲ ਲੰਘ ਗਿਆ। ਐਜ਼ ਇਫ ਆਈ ਹੈਡ ਬੀਨ ਰਿਸਪੋਂਸੀਬਲ ਫॉर ਥੀਸ ਮਿਸਹੈਪਸ। ਮੈਨੂੰ ਐਂ ਲੱਗਿਆ ਜਦੋਂ ਉਹ ਬੜੀ ਤੇਜ਼ੀ ਨਾਲ ਗੁੱਸੇ ਹੋ ਕੇ ਮੇਰੇ ਕੋਲੋਂ ਦੀ ਲੰਘਿਆ ਤਾਂ ਮੈਨੂੰ ਐਂ ਲੱਗਿਆ ਕਿ
ਮੈਂ ਕਸੂਰਵਾਰ ਹੈ, ਇਹ ਸਾਰੀਆਂ ਜਿਹੜੀਆਂ ਗੱਲਾਂ ਹੋਈਆਂ ਨੇ ਮਿਸਹੈਪਸ ਦਾ ਮਤਲਬ ਜਿਹੜੀਆਂ ਮਿਸਹੈਪਨਿੰਗਸ ਹੋਈਆਂ ਨੇ, ਭੈੜੀਆਂ ਗੱਲਾਂ ਹੋਈਆਂ ਨੇ, ਇਹਦਾ ਕਸੂਰਵਾਰ ਲੇਖਕ ਹੈ। ਲੇਖਕ ਇਹ ਸੋਚ ਰਿਹਾ ਹੈ। ਐਂਡ ਆਈ ਨੀਅਰਲੀ ਕ੍ਰਾਈਡ ਟੂ ਥਿੰਕ ਦੈਟ ਹੀ ਹੇਟਡ ਮੀ ਨਾਓ ਜਸਟ ਬਿਕੋਜ਼ ਆਈ ਬਿਲੋਂਗ ਟੂ ਅ ਸੁਪੀਰੀਅਰ ਕਾਸਟ। ਤਾਂ ਮੈਨੂੰ ਹੁਣ ਇਹ ਸੋਚ ਕੇ ਇੱਕ ਤਰ੍ਹਾਂ ਨਾਲ ਮੈਂ ਰੋ ਹੀ ਪਿਆ। ਆਈ ਨੀਅਰਲੀ ਕ੍ਰਾਈਡ ਟੂ ਥਿੰਕ, ਇਹ ਸੋਚ ਕੇ ਮੈਂ ਰੋ ਹੀ ਪਿਆ ਕਿ ਹੁਣ ਉਹ ਮੈਨੂੰ ਨਫ਼ਰਤ ਕਰਦਾ ਹੈ ਕਿਉਂਕਿ ਮੈਂ ਇੱਕ ਉੱਚੀ ਜਾਤੀ ਦੇ ਨਾਲ ਸੰਬੰਧ ਰੱਖਦਾ। ਹੁਣ ਦੇਖੋ ਲੇਖਕ ਕੀ ਕਹਿਣਾ ਚਾਹੁੰਦਾ ਹੈ, ਕਿਉਂਕਿ ਸਾਰੇ ਉੱਚੀ ਜਾਤੀ ਦੇ ਲੋਕਾਂ ਨੇ ਉਸ ਨਾਈਆਂ ਦੇ ਮੁੰਡੇ ਨੂੰ ਦਰਕਾਰਿਆ, ਉਸ ਨਾਈਆਂ ਦੇ ਮੁੰਡੇ ਨੂੰ ਗਾਲਾਂ ਕੱਢੀਆਂ ਸਿਰਫ ਇੱਕ ਛੋਟੀ ਜਿਹੀ ਗੱਲ ਪਿੱਛੇ। ਤਾਂ ਹੁਣ ਲੇਖਕ ਨੂੰ ਐਂ ਲੱਗਦਾ ਹੈ ਕਿ ਮੈਂ ਵੀ ਉੱਚੀ ਜਾਤੀ ਨਾਲ ਸੰਬੰਧ ਰੱਖਦਾ ਹਾਂ, ਤਾਂ ਸ਼ਾਇਦ ਚੰਦੂ ਵੀ ਮੈਨੂੰ ਮਾੜਾ ਕਹੇਗਾ, ਚੰਦੂ ਮੇਰੇ ਨਾਲ ਹੁਣ ਨਫ਼ਰਤ ਕਰਦਾ ਹੈ। ਗੋ ਟੂ ਪੰਡਿਤ ਪਰਮਾਨੰਦ, ਆਈ ਸ਼ਾਊਟਡ ਆਫਟਰ ਹਿਮ। ਤਾਂ ਮੈਂ ਫਿਰ ਵੀ ਜਦੋਂ ਮੇਰੇ ਕੋਲੋਂ ਦੀ ਲੰਘਿਆ ਨਾ, ਤੇਜ਼ ਭੱਜ ਕੇ ਮੇਰੇ ਕੋਲੋਂ ਦੀ ਲੰਘਿਆ, ਤਾਂ ਮੈਂ ਉਸਦੇ ਪਿੱਛੇ ਉਸ ਨੂੰ ਚਿਲਾ ਕੇ ਬੋਲਿਆ ਵੀ ਤੂੰ ਪੰਡਿਤ ਪਰਮਾਨੰਦ ਕੋਲ ਜਾ। ਤਾਂ ਪੰਡਿਤ ਪਰਮਾਨੰਦ ਇੱਕ ਹੋਰ ਕਰੈਕਟਰ ਹੈ ਜੀ ਸਟੋਰੀ 'ਚ। ਐਂਡ ਟੈਲ ਹਿਮ ਦੈਟ ਥੀਸ ਗਾਰਮੈਂਟਸ ਯੂ ਆਰ ਵੇਅਰਿੰਗ ਆਰ ਨੋਟ ਅਨਕਲੀਨ। ਅਤੇ ਉਹਨੂੰ ਦੱਸ ਕਿ ਜਿਹੜੇ ਤੈਨੇ ਇਹ ਗਾਰਮੈਂਟਸ, ਜਿਹੜੇ ਤੈਨੇ ਕੱਪੜੇ ਪਾਏ ਹੋਏ ਨੇ, ਇਹ ਅਪਵਿੱਤਰ ਨਹੀਂ ਹਨ। ਨੋਟ ਅਨਕਲੀਨ, ਇਹ ਵਧੀਆ ਕੱਪੜੇ ਨੇ, ਮੈਂ ਕੋਈ ਮਾੜੇ ਕੱਪੜੇ ਨਹੀਂ ਪਾਏ ਇਹ। Oh, so you are in league with him, said ਪੰਡਿਤ ਪਰਮਾਨੰਦ, emerging from the landlord's house। ਜਦੋਂ ਉਹਨੇ ਗੱਲ ਕਹੀ ਨਾ ਲੇਖਕ ਨੇ ਉੱਚੀ ਦਿਨੇ ਕਿ ਤੂੰ ਪੰਡਿਤ ਪਰਮਾਨੰਦ ਕੋਲ ਜਾ ਤੇ ਦੱਸ ਕਿ ਮੈਂ ਜਿਹੜੇ ਕੱਪੜੇ ਇਹ ਪਵਿੱਤਰ ਨਹੀਂ ਪਾਏ, ਇਹ ਉਹਦੀ ਗੱਲ ਸੁਣ ਲੈਂਦਾ ਪੰਡਿਤ ਪਰਮਾਨੰਦ ਖੁਦ, ਜੋ ਕਿ ਨਿਕਲ ਰਿਹਾ ਹੁੰਦਾ ਹੈ ਲੈਂਡਲੋਰਡ ਦੇ ਘਰ ਤੋਂ, ਵਿਜੈ ਚੰਦ ਦੇ ਘਰ ਤੋਂ ਹੀ ਨਿਕਲ ਰਿਹਾ ਹੁੰਦਾ ਹੈ। emerging from, ਬਾਹਰ ਆ ਰਿਹਾ ਹੁੰਦਾ ਹੈ। ਤਾਂ ਫਿਰ ਉਹ ਕੀ ਕਹਿੰਦਾ, ਤੂੰ ਵੀ ਉਹਦੇ ਨਾਲ ਮਿਲਿਆ ਹੋਇਆ, ਯੂ ਆਰ ਇਨ ਲੀਗ ਵਿਦ ਹਿਮ। ਇਹ ਆਪਾਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਬੱਚਿਓ ਕਿ ਤੂੰ ਤਾਂ ਉਹਦੇ ਨਾਲ ਹੀ ਮਿਲਿਆ ਹੋਇਆ, ਤਾਂ ਉਹਦੀ ਇੰਗਲਿਸ਼ ਹੁੰਦੀ ਹੈ ਯੂ ਆਰ ਇਨ ਲੀਗ ਵਿਦ ਹਿਮ। ਕਿਹਦੇ ਨਾਲ ਮਿਲਿਆ ਹੋਇਆ? ਚੰਦੂ ਨਾਲ ਵੀ। ਵੇਅਰ ਹੀ ਹੈਡ ਬੀਨ ਅਪਰੈਂਟਲੀ ਸਮਨਡ ਟੂ ਡਿਸਕਸ ਦਾ ਅਨਹੋਲੀ ਐਮਰਜੈਂਸੀ। ਤਾਂ ਹੁਣ ਪੰਡਿਤ ਪਰਮਾਨੰਦ ਲੈਂਡਲੋਰਡ ਦੇ ਘਰੇ ਕਿਉਂ ਆਇਆ ਸੀ? ਕਿਉਂਕਿ ਉਸ ਨੂੰ ਬੁਲਾਇਆ ਗਿਆ ਸੀ। ਸਮਨਡ ਦਾ ਮਤਲਬ ਬੁਲਾਇਆ ਗਿਆ ਸੀ ਕਿ ਜਿਹੜੀ ਇੱਕ ਅਪਵਿੱਤਰ ਘਟਨਾ ਹੋਈ ਸੀ ਉਸ ਨੂੰ ਡਿਸਕਸ ਕਰਨ ਦੇ ਲਈ। ਕਿਹੜੀ ਘਟਨਾ ਹੋਈ ਸੀ? ਆਹੀ ਘਟਨਾ ਹੋਈ ਸੀ ਨਾ ਕਿ ਚੰਦੂ ਨੇ ਡਾਕਟਰ ਦੇ ਕੱਪੜੇ ਪਾਏ ਸੀ ਅਤੇ ਉਹ ਲੈਦਰ ਦਾ ਬੈਗ ਲੈ ਕੇ ਵਿਜੈ ਚੰਦ ਦੇ ਘਰ ਆਇਆ ਸੀ। ਤਾਂ ਵਿਜੈ ਚੰਦ ਨੇ ਪੰਡਿਤ ਪਰਮਾਨੰਦ ਨੂੰ ਆਪਣੇ ਘਰੇ ਬੁਲਾਇਆ ਵੀ ਦੇਖੋ ਆਹ ਚੰਦੂ ਇਹੋ ਜਿਹੇ ਕੰਮ ਕਰ ਰਿਹਾ। ਤੇ ਪੰਡਿਤ ਪਰਮਾਨੰਦ ਤਾਂ ਉਸ ਘਰ ਦੇ ਵਿੱਚ ਮੌਜੂਦ ਸੀ, ਉਹ ਬਾਹਰ ਆ ਰਿਹਾ ਸੀ ਜਦੋਂ ਉਸਨੇ ਲੇਖਕ ਦੀ ਗੱਲ ਸੁਣੀ। ਯੂ ਬॉयਜ਼ ਹੈਵ ਬੀਨ ਸਪੋਇਲਡ ਬਾਈ ਦਾ ਸਕੂਲ ਐਜੂਕੇਸ਼ਨ ਵਿਚ ਯੂ ਹੈਵ ਗॉट। ਹੁਣ ਪੰਡਿਤ ਪਰਮਾਨੰਦ ਕਹਿ ਰਿਹਾ, ਕਹਿੰਦੇ ਤੁਸੀਂ ਲੜਕੇ ਜਿਹੜੇ ਹੈ ਇਹ ਵਿਗੜ ਗਏ ਸਕੂਲ ਐਜੂਕੇਸ਼ਨ ਦੇ ਨਾਲ, ਉਸ ਸਕੂਲ ਦੀ ਸਿੱਖਿਆ ਦੇ ਨਾਲ ਜਿਹੜੀ ਕਿ ਤੁਸੀਂ ਪ੍ਰਾਪਤ ਕੀਤੀ ਹੈ। ਇਟ ਮੇ ਬੀ ਆਲ ਰਾਈਟ ਫॉर ਯੂ ਟੂ ਵੀਅਰ ਦੋਜ਼ ਥਿੰਗਸ ਬਿਕੋਜ਼ ਯੂ ਆਰ ਗੋਇੰਗ ਟੂ ਬੀ ਅ ਲਰਨਡ ਮੈਨ। ਹੁਣ ਦੇਖੋ ਕੀ ਕਹਿ ਰਿਹਾ ਹੈ, ਕਹਿੰਦੇ ਇਹ ਤੇਰੇ ਲਈ ਤਾਂ ਠੀਕ ਹੈ, ਲੇਖਕ ਨੂੰ ਕਹਿ ਰਿਹਾ ਉਹ ਕਿ ਤੂੰ ਆਹ ਸਾਰੀਆਂ ਚੀਜ਼ਾਂ ਪਹਿਨੇ ਜਿਹੜੀਆਂ ਚੰਦੂ ਨੇ ਪਾਈਆਂ ਸੀ, ਕਿਉਂਕਿ ਤੂੰ ਇੱਕ ਲਰਨਡ ਮੈਨ ਬਣਨ ਲੱਗਿਆ ਆਉਣ ਵਾਲੇ ਟਾਈਮ 'ਚ। ਮਤਲਬ ਤੂੰ ਤਾਂ ਪੜ੍ਹਿਆ ਲਿਖਿਆ ਬੰਦਾ ਹੈ, ਤੂੰ ਤਾਂ ਇਹ ਕੱਪੜੇ ਪਾ, ਕੋਈ ਗੱਲ ਨਹੀਂ। ਬਟ ਵਟ ਰਾਈਟ ਹੈਜ਼ ਦੈਟ ਲੋ ਕਾਸਟ ਬॉय ਟੂ ਸੱਚ ਅਪੈਰਲ। ਕਹਿੰਦੇ ਪਰ ਉਸ ਨੀਵੀਂ ਜਾਤ ਵਾਲੇ ਮੁੰਡੇ, ਉਹ ਲੋ ਕਾਸਟ ਬॉय ਕਿਹਨੂੰ ਕਹਿ ਰਿਹਾ? ਚੰਦੂ ਨੂੰ। ਉਸ ਚੰਦੂ ਦਾ ਕੀ ਰਾਈਟ ਬਣਦਾ ਹੈ, ਉਹਦਾ ਕੀ ਹੱਕ ਬਣਦਾ ਹੈ ਇਹ ਕੱਪੜੇ ਪਾਉਣ ਦਾ? ਅਪੈਰਲ ਦਾ ਮਤਲਬ ਹੁੰਦਾ ਬੱਚੇ ਉਹ ਕੱਪੜੇ ਜਿਹੜੇ ਥੋੜ੍ਹੇ ਜਿਹੇ ਪ੍ਰਭਾਵਸ਼ਾਲੀ ਕੱਪੜੇ ਹੁੰਦੇ ਉਹਨੂੰ ਆਪਾਂ ਅਪੈਰਲ ਕਹਿੰਦੇ ਹਾਂ। ਹੀ ਹੈਜ਼ ਗੋਟ ਟੂ ਟੱਚ ਅਵਰ ਬੀਅਰਡਸ, ਅਵਰ ਹੈਡ ਐਂਡ ਅਵਰ ਹੈਂਡਸ। ਤਾਂ ਉਹ ਸਾਡੀ ਦਾੜੀ ਨੂੰ ਹੱਥ ਲਾਉਂਦਾ ਹੈ, ਸਾਡੇ ਸਿਰ ਨੂੰ ਹੱਥ ਲਾਉਂਦਾ ਹੈ ਅਤੇ ਸਾਡੇ ਹੱਥਾਂ ਨੂੰ ਤਾਂ ਹੱਥ ਲਾਉਂਦਾ ਹੀ ਹੈ। ਹੀ ਇਜ਼ ਡਿਫਾਈਲਡ ਅਨਫ ਬਾਈ ਗੋਡ। ਤਾਂ ਨੀਵੀਂ ਜਾਤ 'ਚ ਪੈਦਾ ਹੋ ਕੇ ਉਹ ਤਾਂ ਵੈਸੇ ਹੀ ਗਿਰਿਆ ਹੋਇਆ ਹੈ ਪਰਮਾਤਮਾ ਵੱਲੋਂ। ਵਾਈ ਡਜ਼ ਹੀ ਵਾਂਟ ਟੂ ਬਿਕਮ ਮੋਰ ਡਿਫਾਈਲਡ? ਹੋਰ ਗਿਰਨਾ ਕਿਉਂ ਚਾਹੁੰਦਾ ਹੈ? ਇਹ ਸਾਰੀਆਂ ਗੱਲਾਂ ਕਿਹਦੇ ਲਈ ਕਹਿ ਰਿਹਾ? ਚੰਦੂ ਲਈ। ਵੀ ਪਹਿਲਾਂ ਹੀ ਉਹ ਨੀਵੀਂ ਜਾਤ 'ਚ ਪੈਦਾ ਹੋ ਕੇ ਗਿਰਿਆ ਹੋਇਆ ਇਨਸਾਨ ਹੈ, ਹੋਰ ਕਿਉਂ ਗਿਰਨਾ ਚਾਹੁੰਦਾ ਹੈ ਉਹ? ਯੂ ਆਰ ਅ ਹਾਈ ਕਾਸਟ ਬॉय। ਹੁਣ ਲੇਖਕ ਨੂੰ ਪੰਡਿਤ ਪਰਮਾਨੰਦ ਦੇ ਸਾਰੀਆਂ ਗੱਲਾਂ ਕਹਿ ਰਿਹਾ, ਕਹਿੰਦਾ ਤੂੰ ਤਾਂ ਇੱਕ ਉੱਚੀ ਜਾਤੀ ਨਾਲ ਸੰਬੰਧ ਰੱਖਦਾ ਐਂਡ ਇਜ਼ ਅ ਲੋ ਕਾਸਟ ਡੈਵਿਲ। ਉਹ ਤਾਂ ਕਹਿੰਦੇ ਨੀਵੀਂ ਜਾਤ ਦਾ ਸ਼ੈਤਾਨ ਹੈ। ਦੇਖੋ ਤੁਸੀਂ ਉਹਦੀਆਂ ਗੱਲਾਂ, ਉਹ ਲੇਖਕ ਨੂੰ ਤਾਂ ਕਹਿ ਰਿਹਾ ਹਾਈ ਕਾਸਟ ਬॉय ਤੇ ਚੰਦੂ ਨੂੰ ਕਹਿ ਰਿਹਾ ਲੋ ਕਾਸਟ ਡੈਵਿਲ। ਲੋਕਾਂ ਦੀ ਸੋਚ ਦੇਖੋ ਬੱਚਿਓ ਕਿੱਥੇ ਤੱਕ ਗਿਰ ਜਾਂਦੀ ਹੈ। ਹੀ ਇਜ਼ ਅ ਰੌਕ, ਕਹਿੰਦੇ ਉਹ ਤਾਂ ਬਦਮਾਸ਼ ਹੈ। ਹੁਣ ਦੇਖੋ ਇਹ ਸਾਰੀਆਂ ਗੱਲਾਂ ਇੱਕ ਚੰਦੂ ਨੂੰ ਵਿਚਾਰੇ ਨੂੰ ਸੁਣਨੀਆਂ ਪੈ ਰਹੀਆਂ, ਜੋ ਕਿ ਇੱਕ ਮਿਹਨਤੀ ਇਨਸਾਨ ਹੈ। ਉਹਦਾ ਵਿਚਾਰੇ ਦਾ ਕੀ ਕਸੂਰ ਹੈ ਜੇਕਰ ਉਹ ਨਾਈਆਂ ਦਾ ਮੁੰਡਾ ਹੈ? ਲੇਕਿਨ ਉਹ ਪੜ੍ਹਨਾ ਵੀ ਚਾਹੁੰਦਾ ਸੀ, ਉਹ 5ਵੀਂ ਕਲਾਸ ਤੱਕ ਪੜ੍ਹਿਆ ਵੀ ਹੈ। ਆਪਣੇ ਫਾਦਰ ਦੇ ਡੈਥ ਹੋਣ ਤੋਂ ਬਾਅਦ ਉਹ ਪੜ੍ਹ ਨਹੀਂ ਪਾਇਆ ਅਤੇ ਉਹ ਇੰਟੈਲੀਜੈਂਟ ਪਰਸਨ ਹੈ, ਆਪਾਂ ਦੇਖਿਆ ਹੈ। ਲੇਕਿਨ ਦੇਖੋ ਉਸ ਨੂੰ ਹਰ ਕੋਈ ਦੁਰਕਾਰ ਰਿਹਾ, ਹਰ ਕੋਈ ਉਸਦਾ ਤਿਰਸਕਾਰ ਕਰ ਰਿਹਾ ਪਿੰਡ 'ਚ। ਪੰਡਿਤ ਪਰਮਾਨੰਦ ਲੈ ਲਓ, ਵਿਜੈ ਚੰਦ ਲੈ ਲਓ, ਸ਼ਾਹੂਕਾਰ ਲੈ ਲਓ, ਜਿੰਨੇ ਉੱਚੀ ਜਾਤੀ ਦੇ ਲੋਕ ਨੇ ਸਾਰੇ ਉਹਨੂੰ ਮਾੜਾ ਕਹਿ ਰਹੇ ਨੇ। ਚੰਦੂ ਹੈਡ ਹਰਡ ਦਿਸ। ਤਾਂ ਚੰਦੂ ਨੇ ਸਾਰੀਆਂ ਗੱਲਾਂ ਸੁਣੀਆਂ। ਹੀ ਡਿਡ ਨੋਟ ਲੁੱਕ ਬੈਕ ਐਂਡ ਰੇਨ ਇਨ ਅ ਫਲਰੀ।
ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇੱਕਦਮ ਭੱਜ ਗਿਆ। ਫਲਰੀ ਵਰਡ ਜਿਹੜਾ ਬੇਟਾ 19ਵੇਂ ਨੰਬਰ ਤੁਹਾਡੀ ਗਲੋਸਰੀ 'ਚ ਹੈ, ਇਹਦਾ ਮਤਲਬ ਹੈ ਐਨੀ ਸਡਨ ਐਕਟੀਵਿਟੀ ਔਰ ਅ ਸਟਰ। ਇੱਕਦਮ ਆਪਾਂ ਕੋਈ ਐਕਟੀਵਿਟੀ ਕਰੀਏ ਉਸ ਨੂੰ ਆਪਾਂ ਫਲਰੀ ਕਹਿੰਦੇ ਹਾਂ। ਤਾਂ ਉਹਨੇ ਐਕਟੀਵਿਟੀ ਕਿਹੜੀ ਕਰੀ ਹੈ? ਭੱਜਣ ਦੀ। ਉਹ ਇਸ ਤਰ੍ਹਾਂ ਭੱਜਿਆ ਐਜ਼ ਇਫ ਹੀ ਵਰ ਸੈਟ ਔਨ ਸਮ ਪਰਪਸ, ਕਿ ਜਿਵੇਂ ਉਸ ਦਾ ਕੋਈ ਮਨੋਰਥ ਹੋਵੇ, ਵਿਚ ਆਕਿਊਪਾਈਡ ਹਿਮ, ਅਤੇ ਉਸ ਮਨੋਰਥ ਨੇ ਉਸ ਨੂੰ ਆਕਿਊਪਾਈ ਕਰ ਰੱਖਿਆ, ਮਤਲਬ ਕਿ ਉਸ ਗੱਲ ਨੇ ਉਸ ਦੇ ਦਿਮਾਗ ਦੇ ਵਿੱਚ, ਮਨ ਦੇ ਵਿੱਚ ਘਰ ਕਰ ਰੱਖਿਆ। ਮੋਰ ਦੈਨ ਦਾ ਅਬਿਊਜ਼, ਹਾਲਾਂਕਿ ਉਹ ਗੱਲ ਉਸ ਅਬਿਊਜ਼ ਨਾਲੋਂ ਵੀ ਜ਼ਿਆਦਾ ਉਹਦੇ ਮਨ 'ਚ ਘਿਰੀ ਹੋਈ ਹੈ। ਅਬਿਊਜ਼ ਦਾ ਮਤਲਬ ਜਿਹੜਾ ਤਿਰਸਕਾਰ ਮਿਲਿਆ ਚੰਦੂ ਨੂੰ, ਤਾਂ ਚੰਦੂ ਨੂੰ ਜਿਹੜਾ ਤਿਰਸਕਾਰ ਮਿਲਿਆ ਉਹਦੇ ਨਾਲੋਂ ਵੀ ਕੋਈ ਵੱਡੀ ਗੱਲ ਉਹਦੇ ਦਿਮਾਗ 'ਚ ਹੈ। ਉਸ ਨੂੰ ਦਿਮਾਗ 'ਚ ਰੱਖ ਕੇ ਉਹ ਐਂ ਲੱਗਿਆ ਸਾਨੂੰ ਕਿ ਉਹ ਭੱਜ ਗਿਆ, ਵਿਚ ਹੈਡ ਬੀਨ ਦੀ ਕਾਜ਼ ਆਫ ਹਿਸ ਫਲਾਈਟ। ਸਾਨੂੰ ਤਾਂ ਲੱਗਦਾ ਸੀਗਾ ਕਿ ਸ਼ਾਇਦ ਜਿਹੜਾ ਉਹਨੂੰ ਤਿਰਸਕਾਰ ਮਿਲਿਆ ਉਹਦੇ ਕਰਕੇ ਉਹ ਭੱਜ ਰਿਹਾ ਹੈ। ਫਲਾਈਟ ਦਾ ਮਤਲਬ ਭੱਜਣਾ ਹੁੰਦਾ ਹੈ। ਐਂ ਲੱਗ ਰਿਹਾ ਸੀ ਕਿ ਉਹਦੇ ਦਿਮਾਗ 'ਚ ਕੋਈ ਹੋਰ ਗੱਲ ਹੈ। ਮਾਈ ਮਦਰ ਕਾਲ ਟੂ ਮੀ ਐਂਡ ਸੈਡ ਇਟ ਵਾਸ ਟਾਈਮ ਫॉर ਮੀ ਟੂ ਈਟ ਐਂਡ ਗੋ ਟੂ ਸਕੂਲ। ਤਾਂ ਮੇਰੀ ਮਦਰ ਨੇ ਮੈਨੂੰ ਬੁਲਾਇਆ ਤੇ ਕਿਹਾ ਕਿ ਹੁਣ ਤੇਰਾ ਸਮਾਂ ਖਾਣ ਦਾ ਹੈ ਅਤੇ ਤੇਰਾ ਸਕੂਲ ਜਾਣ ਦਾ ਸਮਾਂ ਹੈ, ਨਹੀਂ ਤਾਂ ਆਈ ਸ਼ੁੱਡ ਬੀ ਲੇਟ, ਮੈਂ ਲੇਟ ਹੋ ਜਾਵਾਂਗਾ। And she could not resist the temptation to lecture me again about my associating with the barber boy। ਅਤੇ ਫਿਰ ਵੀ ਉਹ ਆਪਣੇ ਆਪ ਨੂੰ ਰੋਕ ਨਾ ਸਕੀ। resist ਦਾ ਮਤਲਬ ਹੁੰਦਾ ਰੋਕਣਾ। ਉਹ ਆਪਣੇ ਆਪ ਨੂੰ ਰੋਕ ਨਾ ਸਕੀ ਉਸ ਟੈਂਪਟੇਸ਼ਨ ਤੋਂ, ਉਸ ਲਲਕ ਤੋਂ ਕਿ ਉਹ ਮੈਨੂੰ ਲੈਕਚਰ ਦੇਵੇ, ਮੈਨੂੰ ਉਹ ਦੱਸੇ ਕਿ ਮੈਂ ਬਾਰਬਰ ਬॉय ਦੇ ਨਾਲ ਕਿਉਂ ਜੁੜਿਆ ਰਹਿਣਾ, ਕਿਉਂ ਉਸ ਦੇ ਨਾਲ ਮੇਰੀ ਕੰਪਨੀ ਹੈ। ਉਸ ਨੂੰ ਰੋਕਣ ਦੇ ਲਈ ਉਹ ਮੈਨੂੰ ਫੇਰ ਲੈਕਚਰ ਦੇਣ ਲੱਗ ਗਈ ਵੀ ਤੂੰ ਕਿਉਂ ਜਾਣਾ ਉਹਦੇ ਕੋਲੇ, ਇਹ ਉਹ ਸਾਰੀਆਂ ਗੱਲਾਂ ਜੋ ਪਹਿਲਾਂ ਲੇਖਕ ਦੀ ਮਾਂ ਉਸ ਨਾਲ ਕਰਦੀ ਹੈ। ਉਸ ਨੇ ਉਹ ਮੌਕਾ ਫੇਰ ਨਹੀਂ ਅੱਜ ਖੁੰਝਾਇਆ। ਬਟ ਆਈ ਵਾਜ਼ ਵੈਰੀ ਡਿਸਟਰਬਡ ਅਬਾਊਟ ਚੰਦੂਜ਼ ਫੇਟ ਆਲ ਡੇ। ਪਰ ਕਹਿੰਦੇ ਮੈਂ ਤਾਂ ਬਹੁਤ ਜ਼ਿਆਦਾ ਡਿਸਟਰਬ ਹੋਇਆ। ਦੇਖੋ ਚੰਦੂ ਦਾ ਤਾਂ ਅਸਲੀ ਦੋਸਤ ਲੇਖਕ ਹੈ, ਉਹ ਦਿਲੋਂ ਉਸ ਨੂੰ ਪਿਆਰ ਕਰਦਾ ਹੈ, ਉਹਨੂੰ ਜਾਤ ਪਾਤ ਦਾ ਕੋਈ ਮਤਲਬ ਨਹੀਂ ਹੈ। ਤਾਂ ਹੁਣ ਚੰਦੂ ਦੇ ਨਾਲ ਜਿਹੜੀ ਉਦੋਂ ਘਟਨਾ ਵਾਪਰੀ ਹੈ ਉਹਦੇ ਨਾਲ ਤਾਂ ਵਿਚਾਰਾ ਲੇਖਕ ਬਹੁਤ ਜ਼ਿਆਦਾ ਦੁਖੀ ਹੈ। ਐਂਡ ਔਨ ਮਾਈ ਵੇ ਬੈਕ ਫਰੋਮ ਸਕੂਲ, ਅਤੇ ਜਦੋਂ ਮੈਂ ਸਕੂਲ ਤੋਂ ਵਾਪਸ ਆ ਰਿਹਾ ਸੀ, ਆਈ ਕਾਲਡ ਇਨ ਐਟ ਦਾ ਹੋਵਲ ਵੇਅਰ ਹੀ ਲਿਵਡ ਵਿਦ ਹਿਜ਼ ਮਦਰ। ਤਾਂ ਮੈਂ ਉਸ ਘਰ ਦੇ ਵਿੱਚ ਗਿਆ ਜਿੱਥੇ ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ। ਤਾਂ ਹੋਵਲ ਸ਼ਬਦ ਆਇਆ ਬੇਟਾ 20 ਨੰਬਰ ਤੇ ਹੈ। ਇੱਥੇ ਲਿਖਿਆ ਹੋਇਆ ਐਨ ਓਪਨ ਸ਼ੈਡ ਫॉर ਸ਼ੈਲਟਰਿੰਗ ਕੈਟਲ। ਹੁਣ ਤੁਸੀਂ ਦੇਖੋ ਚੰਦੂ ਕਿਹੜੇ ਹਾਲਾਤਾਂ 'ਚ ਰਹਿ ਰਿਹਾ ਹੈ। ਉਹ ਵਿਚਾਰਾ ਇੱਕ ਓਪਨ ਸ਼ੈਡ ਹੈ, ਇੱਕ ਸ਼ੈਡ ਜਿਹਾ ਪਾਇਆ ਹੋਇਆ ਖੁੱਲੇ 'ਚ, ਜਿੱਥੇ ਆਪਾਂ ਕੈਟਲਸ ਰੱਖਦੇ ਹਾਂ, ਪਸ਼ੂ ਰੱਖਦੇ ਹਾਂ, ਉੱਥੇ ਉਹ ਰਹਿ ਰਿਹਾ ਆਪਣੀ ਮਾਂ ਦੇ ਨਾਲ। ਹਿਜ਼ ਮਦਰ ਵਾਜ਼ ਵੈਲ ਨੋਨ ਫॉर ਅ ਕੈਂਟੈਕਰਸ ਓਲਡ ਵੂਮਨ। ਕਹਿੰਦੇ ਉਹਦੀ ਜਿਹੜੀ ਮਦਰ ਹੈ, ਮਾਂ ਹੈ ਚੰਦੂ ਦੀ, ਉਹ ਪਿੰਡ 'ਚ ਪੂਰੀ ਲੜਾਕੀ ਮੰਨੀ ਜਾਂਦੀ ਸੀ। ਓਲਡ ਵੂਮਨ, ਬੁੱਢੀ ਮੰਨੀ ਜਾਂਦੀ ਸੀ। ਕੈਂਟੈਕਰਸ ਸ਼ਬਦ 21 ਨੰਬਰ ਤੇ ਇਹਦਾ ਮਤਲਬ ਹੈ ਗਿਵਨ ਟੂ ਔਰ ਮਾਰਕ ਬਾय ਐਨ ਇਲ ਟੈਂਪਰਡ ਨੇਚਰ। ਕੈਂਟੈਕਰਸ ਦਾ ਮਤਲਬ ਹੈ ਇਲ ਟੈਂਪਰਡ ਨੇਚਰ। ਤਾਂ ਉਸਦੀ ਮਾਂ ਬੜੀ ਲੜਾਕੀ ਸੀ। ਕਿਉਂ? ਬਿਕੋਜ਼ ਸ਼ੀ ਅ ਲੋ ਕਾਸਟ ਵੂਮਨ ਡੇਅਰ ਟੂ ਸੀ ਦੀ ਅਪਰ ਕਾਸਟ ਪੀਪਲ ਐਜ਼ ਦੇ ਨੈਵਰ ਡੇਅਰ ਟੂ ਸੀ ਦੈਮਸੈਲਵਸ। ਹੁਣ ਉਹਦੀ ਜਿਹੜੀ ਮਾਂ ਸੀ ਉਹ ਹਾਲਾਂਕਿ ਨੀਵੀਂ ਜਾਤ ਨਾਲ ਸੰਬੰਧ ਰੱਖਦੀ ਸੀ, ਲੇਕਿਨ ਉਹ ਜਿਹੜੇ ਉੱਚੀ ਜਾਤ ਵਾਲੇ ਲੋਕਾਂ ਦਾ ਉਹ ਸਾਹਮਣਾ ਕਰਦੀ ਸੀ, ਮਤਲਬ ਕਿ ਗੱਲਾਂ ਸੁਣਾ ਦਿੰਦੀ ਸੀ ਜਿਹੜੇ ਕਿ ਉੱਚੀ ਜਾਤ ਵਾਲੇ ਲੋਕ ਕਦੇ ਆਪਣੇ ਆਪ ਨੂੰ ਸੁਣਨਾ ਨਹੀਂ ਸੀ ਚਾਹੁੰਦੇ। ਮਤਲਬ ਉਹ ਇਹੋ ਜਿਹੀ ਲੇਡੀ ਸੀ, ਤਾਂ ਹੀ ਲੜਾਕੀ ਮੰਨੀ ਜਾਂਦੀ ਸੀ, ਜੋ ਮੂੰਹ ਤੇ ਆਂਦਾ ਸੀ ਬੋਲ ਦਿੰਦੀ ਸੀ। ਸ਼ੀ ਵਾਜ਼ ਆਲਵੇਜ਼ ਵੈਰੀ ਕਾਈਂਡ ਟੂ ਮੀ। ਪਰ ਇੱਥੇ ਉਸ ਔਰਤ ਦਾ ਇੱਕ ਹੋਰ ਪੱਖ ਨਜ਼ਰ ਆਉਂਦਾ ਹੈ ਕਿ ਮੇਰੇ ਪ੍ਰਤੀ ਉਹ ਬੜੀ ਦਿਆਲੂ ਸੀ। ਦੋ ਸ਼ੀ ਸਪੋਕ ਟੂ ਮੀ ਟੂ ਇਨ ਅ ਬੈਂਟਰਿੰਗ ਮੈਨਰ। ਹਾਲਾਂਕਿ ਮੇਰੇ ਨਾਲ ਜਦ ਵੀ ਉਹ ਗੱਲ ਕਰਦੀ ਤਾਂ ਇੱਕ ਟੀਜ਼ਿੰਗ ਜੇ ਮੈਨਰ ਦੇ ਨਾਲ ਕਰਦੀ। ਬੈਂਟਰਿੰਗ ਮੈਨਰ ਦਾ ਮਤਲਬ ਹੁੰਦਾ ਨਾ ਜਦੋਂ ਆਪਾਂ ਕੋਈ ਲਾ ਕੇ ਗੱਲ ਕਰਦੇ ਹਾਂ, ਕਿਸੇ ਨੂੰ ਕੋਈ ਗੱਲ ਸੁਣਾਉਂਦੇ ਹਾਂ ਲਾ ਕੇ, ਹੈ ਨਾ, ਪੰਜਾਬੀ 'ਚ ਆਪਾਂ ਕਹਿੰਦੇ ਹਾਂ ਕਿ ਮੈਨੂੰ ਲਾ ਕੇ ਗੱਲ ਸੁਣਾਈ ਉਹਨੇ, ਤਾਂ ਉਹਨੂੰ ਆਪਾਂ ਬੈਂਟਰਿੰਗ ਮੈਨਰ ਕਹਿੰਦੇ ਹਾਂ। ਕੋਈ ਤਿੱਖੀ ਜੀ ਗੱਲ ਕਰਦੀ, ਆਪਾਂ ਚੁਭਵੀਂ ਜੀ ਗੱਲ ਕਰਦੀ, ਉਹਨੂੰ ਬੈਂਟਰਿੰਗ ਮੈਨਰ ਕਹਿੰਦੇ ਆ। ਤਾਂ ਮੇਰੇ ਨਾਲ ਉਹ ਐਵੇਂ ਗੱਲ ਕਰਦੀ ਸੀ। ਵਿਚ ਸ਼ੀ ਹੈਡ ਐਕਵਾਇਰਡ ਥਰੂ ਦਾ ਸਫਰਿੰਗ ਐਂਡ ਹਿਊਮੀਲੇਸ਼ਨਸ ਆਫ 60 odd years। ਉਹ ਇਸ ਤਰ੍ਹਾਂ ਦੀ ਕਿਉਂ ਸੀ? ਕਿਉਂਕਿ ਉਸਨੇ ਇਹ ਗੱਲਾਂ ਆਪਣੇ ਉੱਚੇ ਜਾਤ ਵਾਲਿਆਂ ਤੋਂ ਸਿੱਖੀਆਂ ਸੀ, ਕਿਉਂਕਿ ਉਹ ਉੱਚੀ ਜਾਤ ਵਾਲੇ ਉਹਨੂੰ ਐਵੇਂ ਹੀ ਬੁਲਾਉਂਦੇ ਸੀਗੇ ਇਸੇ ਤਰੀਕੇ ਨਾਲ। ਵਿਚ ਸ਼ੀ ਹੈਡ ਐਕਵਾਇਰਡ, ਜਿਹੜੀਆਂ ਕਿ ਉਸਨੇ ਪ੍ਰਾਪਤ ਕੀਤੀਆਂ ਸੀ, ਆਪਣੀ ਸਫਰਿੰਗ, ਆਪਣੀਆਂ ਮੁਸੀਬਤਾਂ ਜਿਹੜੀਆਂ ਉਹਨੂੰ ਆਈਆਂ, ਅਤੇ ਹਿਊਮੀਲੇਸ਼ਨਸ ਆਈ। ਹਿਊਮੀਲੇਸ਼ਨ ਦਾ ਮਤਲਬ ਜਿਹੜੀ ਉਹਦੀ ਬੇਇੱਜ਼ਤੀ ਹੋਈ ਹੈ ਪਿਛਲੇ 60 ਸਾਲਾਂ ਤੋਂ, ਮਤਲਬ ਕਿ ਪਿਛਲੇ 60 odd years ਮਤਲਬ 60 ਸਾਲਾਂ ਤੋਂ ਜ਼ਿਆਦਾ, 60 ਸਾਲਾਂ ਤੋਂ ਜ਼ਿਆਦਾ ਜਿਹੜੀ ਉਹਨੇ ਹਿਊਮੀਲੇਸ਼ਨ ਸਹੀ ਹੈ, ਬੇਇੱਜ਼ਤੀ ਸਹੀ ਹੈ, ਸਫਰਿੰਗ ਸਹੀ ਹੈ। ਕਿਹਨਾਂ ਦੇ ਹੱਥਾਂ ਤੋਂ? ਉੱਚੀ ਜਾਤ ਵਾਲੇ ਲੋਕਾਂ ਦੇ ਹੱਥਾਂ ਤੋਂ ਜਿਹੜੀ ਉਹਨੇ ਗੱਲਾਂ ਸਿੱਖੀਆਂ, ਉਹੀ ਗੱਲਾਂ ਉਹਦੀ ਨੇਚਰ 'ਚ ਆ ਗਈਆਂ। ਇਸੇ ਕਰਕੇ ਉਹ ਝਗੜਾਲੂ ਸੀ, ਇਸੇ ਕਰਕੇ ਉਹ ਮੇਰੇ ਨਾਲ ਇੱਕ ਟੌਂਟਿੰਗ ਵੇ ਦੇ ਨਾਲ ਗੱਲ ਕਰਦੀ ਹੁੰਦੀ ਸੀ। ਟਰਨਿੰਗ ਟੂ ਮੀ ਸ਼ੀ ਸੈਡ, ਮੇਰੇ ਵੱਲ ਮੁੜਦੀ ਹੋਈ ਉਹ ਬੋਲੀ, ਵੈਲ ਯੂ ਹੈਵ ਕਮ, ਠੀਕ ਹੈ ਤੂੰ ਆ ਗਿਆ। ਹੈਵ ਯੂ ਟੂ ਲੁੱਕ ਫॉर ਯੂਰ ਫਰੈਂਡ, ਤੂੰ ਆਪਣੇ फ्रेंड मिलन आए, ठीक है। इफ योर मदर न्यू दैट यू वर हेयर शी वुड स्क्रैच माई आईज आउट फॉर कास्टिंग माई ईवल आई ऑन योर स्वीट फेस। कहते जे तेरी माँ नूं पता लग गया कि तू इत्थे आया है तो वह मेरिया अखां कढ़ लू। स्क्रैच माई आईज, मेरिया अखां बाहर कढ़ लू। क्यों? क्योंकि मैंने अपनिया ईवल आए, मैंने अपनिया बुरियां अखां तेरे प्यारे जे फेस ते पाइयां ने।
ਕਿਉਂਕਿ ਮੈਂ ਤੈਨੂੰ ਦੇਖ ਲਿਆ ਤਾਂ ਸਿਰਫ ਤੈਨੂੰ ਦੇਖਣ ਕਰਕੇ ਹੀ ਤੇਰੀ ਮਾਂ ਮੇਰੀਆਂ ਅੱਖਾਂ ਕੱਢ ਲੂ। ਤਾਂ ਆਹ ਹਾਲਤ ਹੈ ਜੀ ਕਿ ਉੱਚੀ ਜਾਤ ਦੇ ਲੋਕ ਨੀਵੀਂ ਜਾਤ ਵਾਲੇ ਲੋਕਾਂ ਦੇ ਨਾਲ ਉਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਸੀ। ਐਂਡ ਆਰ ਯੂ ਐਜ਼ ਇਨੋਸੈਂਟ ਐਜ਼ ਯੂ ਲੁੱਕ, ਕਹਿੰਦੇ ਅਤੇ ਤੂੰ ਕੀ ਓਨਾ ਹੀ ਇਨੋਸੈਂਟ ਹੈ, ਓਨਾ ਹੀ ਮਾਸੂਮ ਹੈ ਜੋ ਤੂੰ ਨਜ਼ਰ ਆਉਂਦਾ ਹੈ। ਔਰ ਆਰ ਯੂ ਆ ਸਨੀਕਿੰਗ ਲਿਟਲ ਹਿਪੋਕ੍ਰੀਟ ਲਾਈਕ ਦਾ ਰੈਸਟ ਆਫ ਯੋਰ ਲੋਟ, ਜਾਂ ਫਿਰ ਤੂੰ ਇੱਕ ਅਜਿਹਾ ਤੂੰ ਹਿਪੋਕ੍ਰੀਟ ਹੈ। ਹਿਪੋਕ੍ਰੀਟ ਦਾ ਮਤਲਬ ਦਿਖਦਾ ਕੁਛ ਹੈ ਅੰਦਰੋਂ ਕੁਛ ਹੋ ਰਿਹਾ ਹੈ, ਵੀ ਤੂੰ ਉਹੋ ਜਿਹਾ ਬੰਦਾ ਹੈ ਜਿਸ ਤਰ੍ਹਾਂ ਦੇ ਤੇਰੇ ਬਾਕੀ ਦੇ ਸਾਥੀ ਨੇ, ਬਾਕੀ ਦਾ ਤੇਰਾ ਕੁਨਬਾ ਹੈ। ਹੁਣ ਉਹ ਕੁਨਬਾ ਕਿਹਨੂੰ ਕਹਿ ਰਹੀ ਹੈ? ਉੱਚੀ ਜਾਤ ਵਾਲੇ ਨੂੰ ਕਹਿ ਰਹੀ ਹੈ ਕਿ ਜਿਵੇਂ ਤੇਰੇ ਬਾਕੀ ਲੋਕ ਨੇ ਤੂੰ ਉਹੋ ਜਿਹਾ ਹੀ ਹੋਏਗਾ, ਮੈਨੂੰ ਤਾਂ ਐਂ ਲੱਗਦਾ। ਜਾਂ ਤੂੰ ਸਿਰਫ ਡਰਾਮਾ ਹੀ ਕਰਦਾ ਇੱਥੇ ਆ ਕੇ ਚੰਦੂ ਨੂੰ ਆਪਣਾ ਦੋਸਤ ਕਹਿਣ ਦਾ। ਇਹ ਸਾਰੀਆਂ ਗੱਲਾਂ ਸੁਣ ਕੇ ਲੇਖਕ ਕੋਈ ਚੁੱਭਵੀਂ ਗੱਲ ਦਾ ਉੱਤਰ ਨਹੀਂ ਦਿੰਦਾ ਉਸ ਨੂੰ, ਸਿਰਫ ਉਹ ਇੰਨਾ ਕਹਿੰਦਾ ਹੈ ਵੇਅਰ ਇਜ਼ ਚੰਦੂ ਦੈਨ ਮਦਰ ਆਈ ਸੈਟ। ਤਾਂ ਸਿਰਫ ਇੱਕ ਗੱਲ ਕਹਿੰਦਾ ਹੈ ਕਿ ਮਾਤਾ ਜੀ ਚੰਦੂ ਕਿੱਥੇ ਹੈ? ਆਈ ਡੋਂਟ ਨੋ ਸਨ, ਮੈਨੂੰ ਨਹੀਂ ਪਤਾ ਸਨ। ਸ਼ੀ ਸੈਡ, ਉਸਨੇ ਕਿਹਾ। ਨਾਓ ਇਨ ਅ ਸਿੰਸੀਅਰ ਸਿੰਪਲ ਮੈਨਰ, ਹੁਣ ਉਹ ਬੜੇ ਗੰਭੀਰ ਹੋ ਕੇ ਸਿੰਪਲ ਜੇ ਲਹਿਜ਼ੇ ਦੇ ਨਾਲ, ਸਧਾਰਨ ਲਹਿਜ਼ੇ ਨਾਲ ਕਹਿ ਰਹੀ ਹੈ। ਹੁਣ ਉਹਦਾ ਗੁੱਸਾ ਸ਼ਾਂਤ ਹੋ ਗਿਆ। ਕਿਉਂ? ਕਿਉਂਕਿ ਉਹਨੇ ਗੱਲਾਂ ਬੋਲਤੀਆਂ ਤੇ ਲੇਖਕ ਨੇ ਅੱਗੋਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਜਸਟ ਉਸ ਨੂੰ ਮਦਰ ਕਿਹਾ ਤੇ ਪੁੱਛਿਆ ਚੰਦੂ ਕਿੱਥੇ ਹੈ। ਗੁੱਸਾ ਠੰਡਾ ਹੋ ਗਿਆ ਉਹਦਾ। ਤਾਂ ਹੁਣ ਉਹ ਸਿੰਪਲ ਮੈਨਰ ਦੇ ਨਾਲ ਕਹਿ ਰਹੀ ਹੈ ਆਈ ਡੋਂਟ ਨੋ, ਮੈਨੂੰ ਨਹੀਂ ਪਤਾ। ਹੀ ਵੈਂਟ ਅਪ ਟਾਊਨ ਵੇ ਐਂਡ ਸੇਜ਼ ਹੀ ਅਰਨ ਸਮ ਮਨੀ ਸ਼ੇਵਿੰਗ ਪੀਪਲ ਔਨ ਦਾ ਰੋਡ ਸਾਈਡ, ਕਹਿੰਦੇ ਉਹ ਸ਼ਹਿਰ ਦੇ ਰਸਤੇ ਗਿਆ ਸੀ ਅਤੇ ਉਸਨੇ ਮੈਨੂੰ ਕਿਹਾ ਕਿ ਮੈਂ ਕੁਛ ਅੱਜ ਪੈਸਾ ਕਮਾਇਆ ਹੈ। ਕਿੱਥੇ? ਰੋਡ ਸਾਈਡ ਤੇ। ਰੋਡ ਸਾਈਡ ਮਤਲਬ ਸੜਕ ਦੇ ਕਿਨਾਰੇ ਤੇ ਲੋਕਾਂ ਦੀ ਸ਼ੇਵ ਕੀਤੀ, ਮੈਨੇ ਪੈਸਾ ਕਮਾ ਲਿਆ। ਆਈ ਡੋਂਟ ਨੋ ਵਟ ਹੀ ਇਜ਼ ਅਪ ਟੂ, ਮੈਨੂੰ ਨਹੀਂ ਪਤਾ ਉਹ ਕੀ ਕਰਨਾ ਚਾਹੁੰਦਾ ਹੈ। ਵਟ ਹੀ ਇਜ਼ ਅਪ ਟੂ ਦਾ ਮਤਲਬ ਹੈ ਕੀ ਕਰਨਾ ਚਾਹੁੰਦਾ ਹੈ ਉਹ। ਆਈ ਡੋਂਟ ਥਿੰਕ ਹੀ ought to annoy the client his father served, ਮੈਨੂੰ ਨਹੀਂ ਲੱਗਦਾ ਕਿ ਉਹ ਚਾਹੁੰਦਾ ਸੀ ਉਹਨਾਂ ਕਲਾਇੰਟਸ ਨੂੰ, ਉਹਨਾਂ ਗਾਹਕਾਂ ਨੂੰ ਨਾਰਾਜ਼ ਕਰਨਾ। ਐਨਾਏ ਦਾ ਮਤਲਬ ਹੁੰਦਾ ਹੈ ਨਾਰਾਜ਼ ਕਰਨਾ, ਜਿਨ੍ਹਾਂ ਨੂੰ ਉਹਦੇ ਪਿਤਾ ਨੇ ਸਰਵ ਕੀਤਾ ਸੀ। ਤਾਂ ਉਹਨਾਂ ਗਾਹਕਾਂ ਨੂੰ ਉਹ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ। ਹੀ ਇਜ਼ ਅ ਚਾਈਲਡ ਐਂਡ ਗੈਟਸ ਫਨੀ ਨੋਸ਼ਨਸ ਇਨਟੂ ਹਿਜ਼ ਹੈਡ, ਕਹਿੰਦੇ ਉਹ ਬੱਚਾ ਹੈ ਤੇ ਕਦੇ ਕਦੇ ਉਹਦੇ ਦਿਮਾਗ ਦੇ ਵਿੱਚ ਐਦਾਂ ਦੀਆਂ ਮਜ਼ਾਕ ਵਾਲੀਆਂ ਗੱਲਾਂ ਆ ਜਾਂਦੀਆਂ ਨੇ। ਨੋਸ਼ਨਸ ਦਾ ਮਤਲਬ ਆਈਡੀਆਜ਼, ਸ਼ਬਦ ਪਹਿਲਾਂ ਵੀ ਆਇਆ। ਐਦਾਂ ਦੇ ਵਿਚਾਰ ਉਸ ਦੇ ਦਿਮਾਗ 'ਚ ਆ ਜਾਂਦੇ ਨੇ। ਐਂਡ ਦੇ ought not to be angry with him, ਅਤੇ ਉਹਨਾਂ ਨੂੰ ਉਸ ਦੇ ਨਾਲ ਨਾਰਾਜ਼ ਨਹੀਂ ਹੋਣਾ ਚਾਹੀਦਾ। ਇੱਥੇ ਦੇ ਕਿਹਨੂੰ ਕਹਿ ਰਹੀ ਹੈ? ਉਹਨਾਂ ਸਾਰੇ ਜਣਿਆਂ ਨੂੰ, ਵਿਜੋਏ ਚੰਦ, ਪਰਮਾਨੰਦ, ਜਿਹਨੇ ਚੰਦੂ ਨੂੰ ਗਾਲਾਂ ਕੱਢੀਆਂ। ਹੀ ਇਜ਼ ਓਨਲੀ ਅ ਬॉय, ਕਹਿੰਦੇ ਉਹ ਸਿਰਫ ਇੱਕ ਲੜਕਾ ਹੈ। ਯੂ ਵਾਂਟ ਟੂ ਸੀ ਹਿਮ ਐਂਡ ਗੋ ਆਊਟ ਪਲੇਇੰਗ, ਤੂੰ ਉਹਨੂੰ ਮਿਲਣਾ ਚਾਹੁੰਦਾ ਹੈ, ਖੇਡਣਾ ਚਾਹੁੰਦਾ ਹੈ। ਆਈ ਸਪੋਜ਼, ਠੀਕ ਹੈ, ਵੈਰੀ ਵੈਲ, ਆਈ ਵਿਲ ਟੈਲ ਹਿਮ ਵੈਨ ਹੀ ਕਮਸ, ਮੈਂ ਦੱਸ ਦੂੰਗੀ ਜਦੋਂ ਆਏਗਾ। ਹੀ ਹੈਜ਼ ਜਸਟ ਗੋਨ ਅਪ ਦਾ ਰੋਡ, ਆਈ ਥਿੰਕ, ਉਹ ਸਿਰਫ ਉਹ ਸੜਕ ਵਾਲੇ ਪਾਸੇ ਗਿਆ, ਮੈਨੂੰ ਤਾਂ ਇਹੀ ਲੱਗਦਾ। ਤਾਂ ਬੇਟਾ ਇਸ ਪੈਰੇ ਤੋਂ ਸਾਨੂੰ ਚੰਦੂ ਦੀ ਮਾਤਾ ਦੀ ਨੇਚਰ ਦਾ ਪਤਾ ਲੱਗਦਾ ਹੈ ਕਿ ਉਹ ਕਿੱਦਾਂ ਦੀ ਹੈ, ਝਗੜਾਲੂ ਕਿਸਮ ਦੀ ਹੈ। ਲੇਕਿਨ ਉਸ ਦੀ ਇਹ ਨੇਚਰ ਕਿਉਂ ਹੈ? ਕਿਉਂਕਿ ਉਸਨੇ ਇਸ ਤਰ੍ਹਾਂ ਦਾ ਵਤੀਰਾ ਆਪਣੇ ਨਾਲ ਪਿਛਲੇ 60 ਸਾਲਾਂ ਤੋਂ ਜ਼ਿਆਦਾ ਵਕਤ ਤੋਂ ਸਿਹਾ। ਤੇ ਜਦੋਂ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਬੰਦਾ ਕੋਈ ਰਹਿੰਦਾ ਹੈ ਤਾਂ ਉਸ ਦਾ ਜਿਹੜਾ ਨੇਚਰ ਹੈ ਬੱਚਿਓ ਇਦਾਂ ਦੀ ਹੋ ਜਾਂਦੀ ਹੈ। ਲੇਕਿਨ ਫਿਰ ਵੀ ਉਹ ਲੇਖਕ ਨੂੰ ਬਹੁਤ ਪਿਆਰ ਕਰਦੀ ਹੈ। ਆਪਾਂ ਇਹ ਚੀਜ਼ਾਂ ਦੇਖ ਵੀ ਲਈਆਂ ਜਦੋਂ ਲੇਖਕ ਤੇ ਉਸ ਦੇ ਵਿਚਕਾਰ ਗੱਲਬਾਤ ਹੁੰਦੀ ਹੈ। ਆਲ ਰਾਈਟ ਮਦਰ, ਆਈ ਸੈਡ ਐਂਡ ਵੈਂਟ ਹੋਮ, ਠੀਕ ਹੈ ਮਾਤਾ ਜੀ, ਮੈਂ ਕਿਹਾ ਤੇ ਘਰ ਚਲਾ ਗਿਆ। ਚੰਦੂ ਵਿਸਲਡ ਫॉर ਮੀ ਦੈਟ ਆਫਟਰਨੂਨ ਇਨ ਦਾ ਯੂਜ਼ੁਅਲ ਕੋਡ, ਕਹਿੰਦੇ ਚੰਦੂ ਨੇ ਮੈਨੂੰ ਵਿਸਲ ਕਰਕੇ ਬੁਲਾਇਆ, ਸੀਟੀ ਵਜਾ ਕੇ ਬੁਲਾਇਆ ਉਸ ਦੁਪਹਿਰ ਨੂੰ। ਇਨ ਦਾ ਯੂਜ਼ੁਅਲ ਕੋਡ, ਨਾ ਉਹਨਾਂ ਨੇ ਕੋਡ ਰੱਖਿਆ ਹੋਇਆ ਸੀ। ਕੋਡ ਕੀ ਸੀ ਕਿ ਚੰਦੂ ਇੱਕ ਖਾਸ ਵਿਸਲਿੰਗ ਕਰਦਾ ਸੀ ਤਾਂ ਫਿਰ ਪਤਾ ਲੱਗ ਜਾਂਦਾ ਸੀਗਾ ਲੇਖਕ ਨੂੰ ਕਿ ਚੰਦੂ ਆ ਗਿਆ, ਫਿਰ ਉਹ ਆਪਣਾ ਆ ਜਾਂਦਾ ਸੀ। ਉਹ ਯੂਜ਼ੁਅਲ ਕੋਡ ਵਿਸਲ ਸੀਗੀ ਵਿਚ ਵੀ ਹੈਡ ਅਰੇਂਜਡ ਟੂ ਇਵੇਡ ਦੀ ਰਿਪਰੋਚਿਸ ਆਫ ਇੰਟਰਫੇਅਰਿੰਗ ਐਲਡਰਸ ਦੈਟ ਆਵਰ ਐਸੋਸੀਏਸ਼ਨ ਆਫਨ ਪ੍ਰੋਵੋਕਡ। ਤਾਂ ਐ ਅਸੀਂ ਕਿਉਂ ਕਰਦੇ ਸੀ? ਕਿਉਂਕਿ ਇੱਕ ਅਰੇਂਜਮੈਂਟ ਕੀਤੀ ਹੋਈ ਸੀ ਸਾਨੇ ਤਾਂ ਕਿ ਅਸੀਂ ਉਹਨਾਂ ਝਿੜਕਾਂ ਤੋਂ ਬਚ ਸਕੀਏ। ਰੀਪਰੋਚਿਸ ਦਾ ਮਤਲਬ ਇੱਥੇ ਝਿੜਕਾਂ ਹੋ ਗਈਆਂ ਜੀ, ਤੇ ਇਵੇਡ ਦਾ ਮਤਲਬ ਹੋ ਗਿਆ ਬਚਣਾ। ਅਸੀਂ ਉਹਨਾਂ ਝਿੜਕਾਂ ਤੋਂ ਬਚ ਸਕੀਏ। ਆਪਣੇ ਵੱਡੇ ਐਲਡਰਸ, ਜਿਹੜੇ ਵੱਡੇ ਵਡੇਰੇ ਨੇ, ਪਿੰਡ ਦੇ ਵੱਡੇ ਵਡੇਰੇ, ਜਿਹੜੇ ਕਿ ਸਾਡੀਆਂ ਗੱਲਾਂ 'ਚ ਇੰਟਰਫੇਅਰ ਕਰਦੇ ਸੀਗੇ ਆ ਕੇ ਵਿੱਚ, ਕਿਉਂਕਿ ਸਾਡੀ ਜਿਹੜੀ ਐਸੋਸੀਏਸ਼ਨ ਸੀ, ਸਾਡੀ ਜਿਹੜੀ ਦੋਸਤੀ ਸੀ, ਉਹਨਾਂ ਨੂੰ ਪ੍ਰੋਵੋਕ ਕਰਦੀ ਸੀ, ਗੁੱਸਾ ਦਿਲਾਉਂਦੀ ਸੀ ਵੀ ਇੱਕ ਉੱਚੀ ਜਾਤ ਵਾਲਾ ਮੁੰਡਾ ਨੀਵੀਂ ਜਾਤ ਵਾਲੇ ਮੁੰਡੇ ਨਾਲ ਕਿਵੇਂ ਫਿਰਦਾ ਹੈ। ਤਾਂ ਅਸੀਂ ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਦੇ ਲਈ ਇੱਕ ਕੋਡ ਰੱਖਿਆ ਹੋਇਆ ਸੀ। ਉਹ ਕੋਡ ਕੀ ਸੀ? ਵਿਸਲਿੰਗ ਕੋਡ ਸੀ। ਵਿਸਲ ਕੋਡ ਕੌਣ ਵਜਾਉਂਦਾ ਸੀ? ਚੰਦੂ। ਕਮ ਫੋਰ ਅ ਵਾਕ ਟੂ ਦਾ ਬਾਜ਼ਾਰ, ਹੀ ਸੈਡ, ਤਾਂ ਉਸਨੇ ਕਿਹਾ ਚੱਲ ਆਪਾਂ ਬਾਜ਼ਾਰ ਮਾੜੀ ਜੀ ਜਾ ਕੇ ਆਈਏ, ਸੈਰ ਕਰਕੇ ਆਈਏ। ਆਈ ਵਾਂਟ ਟੂ ਟਾਕ ਟੂ ਯੂ, ਤਾਂ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ। ਐਂਡ ਹਾਰਡਲੀ ਹੈਡ ਆਈ ਜੁਆਇਨਡ ਹਿਮ ਵੈਨ ਹੀ ਬਿਗੇਮ, ਹਜੇ ਮੈंने ਉਸ ਨੂੰ ਜੁਆਇਨ ਹੀ ਕੀਤਾ ਸੀ, ਮਤਲਬ ਮੈਂ ਉਹਦੇ ਕੋਲੇ ਆਇਆ ਹੀ ਸੀ, ਉਹ ਸ਼ੁਰੂ ਹੋ ਗਿਆ। ਡੂ ਯੂ ਨੋ, ਤੂੰ ਜਾਣਦਾ ਹੈ, ਆਈ ਅਰਨਡ ਅ ਰੁਪੀ ਸ਼ੇਵਿੰਗ ਐਂਡ ਹੈਅਰ ਕਟਿੰਗ ਨੀਅਰ ਦਾ ਕੋਰਟ ਦਿਸ ਮਾਰਨਿੰਗ, ਕਹਿੰਦੇ ਮੈਂ ਅੱਜ 1 ਰੁਪਇਆ ਕਮਾਇਆ ਹੈ। ਕਿੱਥੇ? ਕੋਰਟ ਦੇ ਵਿੱਚ। ਕੋਰਟ ਤੁਹਾਨੂੰ ਪਤਾ ਹੈ ਉਹ ਵਕੀਲ ਦੇ ਨਾਲ ਜਾਂਦਾ ਹੁੰਦਾ ਹੈ, ਲਾਲਾ ਹੁਕਮ ਚੰਦ ਦੇ ਨਾਲ ਉਹ ਰੋਜ਼ ਜਾਂਦਾ ਹੁੰਦਾ ਹੈ। ਤਾਂ ਫਿਰ ਉੱਥੇ ਉਸਨੇ ਕੋਰਟ 'ਚ ਉੱਥੇ ਹੈਅਰ ਕਟਿੰਗ ਕੀਤੀ ਹੋਣੀ ਕਿਸੇ ਦੀ, ਤੇ 1 ਰੁਪਇਆ ਕਮਾ ਲਿਆ। ਇਫ ਆਈ ਹੈਡਨਟ ਹੈਡ ਟੂ ਕਮ ਬੈਕ ਔਨ ਦਾ ਬੈਕ ਬਾਰ ਆਫ ਹੁਕਮ ਚੰਦਸ ਕੈਰੀਏਜ ਅਰਲੀ ਇਨ ਦਾ ਆਫਟਰਨੂਨ ਆਈ ਸ਼ੁੱਡ ਹੈਵ ਅਰਨ ਮੋਰ, ਕਹਿੰਦੇ ਜੇਕਰ ਹੁਕਮ ਚੰਦ ਦੀ ਬੱਗੀ ਜੇ ਅੱਜ ਆਫਟਰਨੂਨ ਨੂੰ ਨਾ ਆਈ ਹੁੰਦੀ, ਆਮ ਤੌਰ 'ਤੇ ਤਾਂ ਇਵਨਿੰਗ ਨੂੰ ਆਉਂਦਾ ਸੀਗਾ ਨਾ, ਅੱਜ ਉਹ ਜਲਦੀ ਆ ਗਿਆ, ਤਾਂ ਜੇਕਰ
ਬੱਗੀ ਉਸਦੀ ਅੱਜ ਨਾ ਹੀ ਹੁੰਦੀ ਦੁਪਹਿਰ ਵੇਲੇ ਤਾਂ ਮੈਨੇ ਹੋਰ ਪੈਸੇ ਕਮਾ ਲੈਣੇ ਸੀ। ਇੱਥੇ ਫਿਰ ਉਸਨੇ ਲਿਖਿਆ ਕਿ ਹੁਕਮ ਚੰਦ ਦੀ ਬੱਗੀ ਦੇ ਉਹ ਬੈਕ ਤੇ ਬੈਠਦਾ ਸੀਗਾ, ਉਹੀ ਫੁੱਟਰੈਸਟ ਤੇ ਬੈਠ ਕੇ ਆਂਦਾ ਸੀ। ਬਟ ਆਈ ਐਮ ਗੋਇੰਗ ਟੂ ਟੀਚ ਥੀਸ ਆਰਥੋਡਾਕਸ ਇਡੀਅਟਸ ਆ ਲੈਸਨ। ਪਰ ਕਹਿੰਦਾ ਮੈਂ ਜਿਹੜੇ ਆਰਥੋਡਾਕਸ ਇਡੀਅਟਸ ਨੇ, ਆਰਥੋਡਾਕਸ ਦਾ ਮਤਲਬ ਹੁੰਦਾ ਬੇਟਾ ਪਰੰਪਰਾਵਾਦੀ, ਤਾਂ ਇਹਨਾਂ ਨੂੰ ਅਸੀਂ ਆਰਥੋਡਾਕਸ ਕਹਿੰਦੇ ਆ, ਜਿਨ੍ਹਾਂ ਨੂੰ ਆਪਾਂ ਬਦਲਦੇ ਨਹੀਂ, ਉਵੇਂ ਹੀ ਚੱਲੀ ਜਾਂਦੇ ਨੇ ਲਕੀਰ ਦੇ ਫਕੀਰ। ਇਡੀਅਟ ਦਾ ਮਤਲਬ ਤਾਂ ਮੂਰਖ ਹੁੰਦੇ ਨੇ। ਹੁਣ ਉਹ ਆਰਥੋਡਾਕਸ ਇਡੀਅਟਸ ਕਿਹਨੂੰ ਕਹਿ ਰਹੇ ਹੈ? ਜਿਨ੍ਹਾਂ ਨੇ ਉਸਦੀ ਬੇਇੱਜ਼ਤੀ ਕੀਤੀ ਹੈ। ਪੰਡਿਤ ਪਰਮਾਨੰਦ, ਵਿਜੈ ਚੰਦ, ਸ਼ਾਹੂਕਾਰ, ਇਹ ਸਾਰੇ ਬੰਦੇ। ਕਹਿੰਦੇ ਇਹਨਾਂ ਸਾਰਿਆਂ ਨੂੰ ਮੈਂ ਹੁਣ ਮਜ਼ਾ ਚਖਾਊਂਗਾ। ਆਈ ਐਮ ਗੋਇੰਗ ਔਨ ਸਟ੍ਰਾਈਕ ਨਾਓ ਜੀ। ਇੱਥੇ ਹੁਣ ਗੱਲ ਕਲੀਅਰ ਹੁੰਦੀ ਹੈ। ਕਹਿੰਦਾ ਮੈਂ ਸਟ੍ਰਾਈਕ ਤੇ ਜਾ ਰਹੇ ਹਾਂ। ਟੂ ਗੋ ਔਨ ਸਟ੍ਰਾਈਕ ਦਾ ਮਤਲਬ ਹੁੰਦਾ ਹੜਤਾਲ ਤੇ ਜਾਣਾ। ਕਹਿੰਦਾ ਮੈਂ ਹੁਣ ਹੜਤਾਲ ਕਰ ਰਹੇ ਹਾਂ। ਆਈ ਸ਼ੈਲ ਨੋਟ ਗੋ ਟੂ ਦੇਅਰ ਹਾਊਸਿਸ ਟੂ ਅਟੈਂਡ ਟੂ ਦੈਮ। ਕਹਿੰਦੇ ਮੈਂ ਉਹਨਾਂ ਦੇ ਘਰੇ ਉਹਨਾਂ ਦੀ ਸ਼ੇਵ ਕਰਨ ਨਹੀਂ ਜਾਊਂਗਾ। I am going to buy a Japanese bicycle from the gambling son of Lala Hukam Chand for 5 rupees। ਕਹਿੰਦਾ ਮੈਂ ਇੱਕ ਜਾਪਾਨੀ ਸਾਈਕਲ ਖਰੀਦੂੰਗਾ। ਕਿਵੇਂ? ਲਾਲਾ ਹੁਕਮ ਚੰਦ ਦਾ ਇੱਕ ਮੁੰਡਾ ਹੈ ਜੀ ਜਿਹੜਾ ਗੈਂਬਲ ਕਰਦਾ, ਮਤਲਬ ਕਿ ਜੂਆ ਖੇਡਦਾ। ਤਾਂ ਲਾਲਾ ਹੁਕਮ ਚੰਦ ਦਾ ਮੁੰਡਾ ਜੂਆ ਖੇਡਦਾ, ਉਹਦੇ ਤੋਂ ਮੈਂ 5 ਰੁਪਏ ਐਂਡ ਆਈ ਸ਼ੈਲ ਲਰਨ ਟੂ ਰਾਈਡ ਇਟ। ਫਿਰ ਮੈਂ ਇਸ ਨੂੰ ਸਿੱਖੂ। ਕਿਹਨੂੰ? ਸਾਈਕਲ ਚਲਾਉਣਾ ਸਿੱਖੂ। ਐਂਡ ਆਈ ਵਿਲ ਗੋ ਟੂ ਟਾਊਨ ਔਨ ਇਟ ਐਵਰੀ ਡੇ। ਅਤੇ ਮੈਂ ਰੋਜ਼ ਟਾਊਨ ਜਾਊਂਗਾ। ਇੱਥੇ ਨਹੀਂ ਹੁਣ ਕਿਸੇ ਦੇ ਵਾਲ ਕੱਟਦਾ, ਇੱਥੇ ਨਹੀਂ ਮੈਂ ਕਿਸੇ ਦੀ ਦਾੜੀ ਬਣਾਉਂਦਾ, ਹੁਣ ਮੈਂ ਰੋਜ਼ ਸਾਈਕਲ ਤੇ ਟਾਊਨ ਜਾਊਂਗਾ। ਵੋਂਟ ਆਈ ਲੁੱਕ ਗ੍ਰੈਂਡ? ਕੀ ਮੈਂ ਸ਼ਾਨਦਾਰ ਨਹੀਂ ਲੱਗੂ? ਹੁਣ ਉਹ ਪੁੱਛ ਰਿਹਾ ਕਿਵੇਂ? ਰਾਈਡਿੰਗ ਔਨ ਅ ਬਾਈਸਿਕਲ, ਬਾਈਸਿਕਲ ਤੇ ਜਾਂਦਾ ਹੋਇਆ ਮੈਂ ਸ਼ਾਨਦਾਰ ਨਹੀਂ ਲੱਗੂ? ਗ੍ਰੈਂਡ ਦਾ ਮਤਲਬ ਸ਼ਾਨਦਾਰ। ਵਿਦ ਮਾਈ ਓਵਰਕੋਟ, ਮਾਈ ਬਲੈਕ ਲੈਦਰ ਸ਼ੂਜ਼ ਐਂਡ ਅ ਵਿਸਲ ਟਰਬਨ ਔਨ ਮਾਈ ਹੈਡ, ਸਪੈਸ਼ਲੀ ਐਜ਼ ਦੇਅਰ ਇਜ਼ ਅ ਪੈਗ ਇਨ ਫਰੰਟ ਆਫ ਦਾ 2 wheeled carriage ਫॉर ਹੈਂਗਿੰਗ ਮਾਈ ਟੂਰ ਬੈਗ। ਕਹਿੰਦੇ ਹੁਣ ਉਹ ਦੇਖੋ ਕਿੰਨੀਆਂ ਗੱਲਾਂ ਦੱਸ ਰਿਹਾ। ਕਹਿੰਦਾ ਮੈਂ ਸਾਰੀਆਂ ਗੱਲਾਂ ਨਾਲ ਮੈਂ ਸ਼ਾਨਦਾਰ ਨਹੀਂ ਲੱਗੂ? ਕਿਹੜੀਆਂ ਕਿਹੜੀਆਂ ਗੱਲਾਂ ਨਾਲ? ਇੱਕ ਤਾਂ ਮੈਂ ਦੇਖੋ ਬਾਈਸਿਕਲ ਤੇ ਜਾਊਂਗਾ, ਦੂਜਾ ਮੇਰੇ ਓਵਰਕੋਟ ਪਾਇਆ ਹੋਊਗਾ, ਫਿਰ ਮੇਰੇ ਕਾਲੇ ਰੰਗ ਦੇ ਲੈਦਰ ਦੇ ਸ਼ੂਜ਼, ਚਮੜੇ ਦੇ ਸ਼ੂਜ਼ ਵੀ ਪਾਏ ਹੋਣਗੇ, ਵਾਈਟ ਪਗੜੀ ਮੇਰੇ ਸਿਰ ਤੇ ਹੋਊਗੀ, ਅਤੇ ਫਿਰ ਮੇਰੇ ਸਾਈਕਲ ਦੇ ਅੱਗੇ ਇੱਕ ਖੁੰਟੀ। ਪੈਗ ਦਾ ਮਤਲਬ ਇੱਥੇ 22 ਨੰਬਰ ਤੇ ਲਿਖਿਆ ਹੋਇਆ ਹੈ ਆ ਪ੍ਰੋਟਰੂਜ਼ਨ ਯੂਜ਼ ਟੂ ਹੈਂਗ ਥਿੰਗਸ ਔਨ। ਇਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਬੇਟਾ ਖੁੰਟੀ। ਜਿਵੇਂ ਆਪਾਂ ਦੀਵਾਰ ਤੇ ਖੁੰਟੀ ਟੰਗ ਲੈਂਦੇ ਹਾਂ, ਉਹਦੇ ਉੱਪਰ ਆਪਾਂ ਕੱਪੜੇ ਟੰਗ ਦਿੰਦੇ ਹਾਂ, ਤਾਂ ਸਾਈਕਲ ਦੇ ਵੀ ਅੱਗੇ ਆਪਾਂ ਕੋਈ ਇਸ ਤਰ੍ਹਾਂ ਦਾ ਖੁੰਟੀ ਜੀ ਲਵਾ ਲੈਂਦੇ ਹੁੰਦੇ ਨਾ ਕੋਈ ਚੀਜ਼ ਟੰਗਣ ਦੇ ਲਈ। ਤਾਂ ਮੈਂ ਇੱਕ ਪੈਗ ਵੀ ਲਵਾਇਆ ਹੋਊਗਾ ਆਪਣੇ 2 wheeled carriage। ਨਾ 2 wheeled carriage ਦਾ ਮਤਲਬ ਕੀ ਹੈ ਇੱਥੇ? ਸਾਈਕਲ। ਇੱਥੇ ਸਾਈਕਲ ਹੋ ਗਿਆ ਨਾ 2 wheel, ਕਿਉਂਕਿ ਉਹਦੇ 2 ਪਹੀਏ ਹੁੰਦੇ ਨੇ। ਤਾਂ 2 ਪਹੀਏ ਵਾਲੀ ਬੱਗੀ 'ਚ ਮੈਂ ਜਾਇਆ ਕਰੂੰਗਾ ਜਦੋਂ, ਤੇ ਉਸ ਖੁੰਟੀ ਦੇ ਉੱਪਰ ਮੇਰਾ ਟੂਲ ਬੈਗ ਲਟਕਿਆ ਹੋਊਗਾ, ਹੈਂਗ ਕਰ ਰਿਹਾ ਹੋਊਗਾ। ਇਹਨਾਂ ਸਾਰੀਆਂ ਚੀਜ਼ਾਂ ਨਾਲ ਦੇਖੋ ਮੈਂ ਕਿੰਨਾ ਸ਼ਾਨਦਾਰ ਲੱਗੂੰਗਾ। ਯੈਸ, ਹਾਂ, ਆਈ ਅਗਰੀਡ, ਮੈਂ ਮੰਨਦਾ ਹਾਂ। ਗ੍ਰੇਟਲੀ ਥ੍ਰਿਲਡ, ਮੈਨੂੰ ਵੀ ਖੁਸ਼ੀ ਚੜ੍ਹ ਜਾਂਦੀ ਹੈ। ਨੋਟ ਬਿਕੋਜ਼ ਆਈ ਇਮੇਜਿਨ ਦੀ ਗਲੋਰੀ ਆਫ ਚੰਦੂ। ਹੁਣ ਦੇਖੋ ਉਹਨੂੰ ਖੁਸ਼ੀ ਕਿਉਂ ਚੜੀ ਹੈ? ਉਹਨੂੰ ਖੁਸ਼ੀ ਇਸ ਕਰਕੇ ਨਹੀਂ ਚੜੀ ਕਿ ਚੰਦੂ ਦੀ ਸ਼ਾਨ ਹੋਊਗੀ ਸਾਈਕਲ ਤੇ ਜਾਂਦੇ ਦੀ, ਸੀਟੀਡ ਔਨ ਅ ਬਾਈਸਿਕਲ, ਕਿ ਬਾਈਸਿਕਲ ਤੇ ਬੈਠਾ ਚੰਦੂ ਬੜਾ ਵਧੀਆ ਲੱਗੂਗਾ, ਸ਼ਾਨਦਾਰ ਲੱਗੂਗਾ। ਇਹ ਗੱਲ ਦੀ ਖੁਸ਼ੀ ਨਹੀਂ ਹੋਈ ਲੇਖਕ ਨੂੰ। ਖੁਸ਼ੀ ਕਾਹਦੀ ਹੋਈ ਹੈ? ਬਟ ਬਿਕੋਜ਼ ਆਈ ਫੈਲਟ ਮਾਈ ਸੈਲਫ ਨੀਅਰਰ ਦੀ ਗੋਲ ਆਫ ਮਾਈ ਓਨ ਐਂਬੀਸ਼ਨ। ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਮੇਰੀ ਜਿਹੜੀ ਆਪਣੀ ਇੱਛਾ ਉਹਦੇ ਕੋਲੇ ਪਹੁੰਚ ਜੂ। ਹੁਣ ਉਹਦੀ ਇੱਛਾ ਕੀ ਹੈ? ਸਿੰਸ ਆਈ ਫੈਲਟ ਦੈਟ ਇਫ ਚੰਦੂ ਐਕਵਾਇਰਡ ਅ ਬਾਈਸਿਕਲ ਹੀ ਵੁੱਡ ਐਟ ਲੀਸਟ ਲੈਟ ਮੀ ਰਾਈਡ ਟੂ ਟਾਊਨ ਔਨ ਦੀ ਐਲੋਂਗੇਟਿਡ ਬੋਲਟ ਐਟ ਦਾ ਬੈਕ ਵੀਲ ਔਰ ਔਨ ਦਾ ਫਰੰਟ ਬਾਰ। ਤਾਂ ਹੁਣ ਉਹਦੀ ਇੱਛਾ ਕਿਹੜੀ ਦਬੀ ਹੋਈ ਹੈ ਕਿ ਮੈਨੂੰ ਇਹ ਲੱਗਦਾ ਸੀ ਕਿ ਚੰਦੂ ਨੂੰ ਜੇਕਰ ਬਾਈਸਿਕਲ ਮਿਲ ਗਿਆ, ਜੇਕਰ ਚੰਦੂ ਨੇ ਬਾਈਸਿਕਲ ਐਕਵਾਇਰ ਕਰ ਲਿਆ, ਮਤਲਬ ਉਸ ਨੂੰ ਮਿਲ ਗਿਆ, ਤਾਂ ਘੱਟੋ ਘੱਟ ਹੀ ਵੁੱਡ ਐਟ ਲੀਸਟ, ਘੱਟੋ ਘੱਟ ਉਹ ਮੈਨੂੰ ਰਾਈਡ ਤਾਂ ਦਊਗਾ ਟਾਊਨ ਤੇ ਜਾਣ ਦੀ। ਤਾਂ ਇੱਛਾ ਉਹਦੀ ਇਹ ਸੀ। ਆਪਾਂ ਨੇ ਪਹਿਲਾਂ ਪੜ੍ਹਿਆ ਨਾ ਕਿ ਚੰਦੂ ਨਾਲ ਈਰਖਾ ਕਰਦਾ ਸੀਗਾ ਕਿ ਚੰਦੂ ਨੂੰ ਕਿੰਨੀ ਆਜ਼ਾਦੀ ਆ, ਕਿਤੇ ਵੀ ਜਾ ਸਕਦਾ ਹੈ। ਤੇ ਚੰਦੂ ਤਾਂ ਸ਼ਹਿਰ ਵੀ ਜਾ ਜਾਂਦਾ ਸੀ ਤੇ ਲੇਖਕ ਦਾ ਵਿਚਾਰਾ ਸ਼ਹਿਰ ਜਾ ਨਹੀਂ ਸੀ ਪਾਉਂਦਾ। ਤਾਂ ਉਹਨੂੰ ਐਂ ਲੱਗਿਆ ਵੀ ਜੇ ਚੰਦੂ ਕੋਲੇ ਸਾਈਕਲ ਆ ਗਿਆ ਤਾਂ ਮੈਨੂੰ ਵੀ ਸਾਈਕਲ ਤੇ ਕਦੇ ਚੰਦੂ ਸ਼ਹਿਰ ਲੈ ਕੇ ਜਾਊਗਾ। ਤਾਂ ਮੈਨੂੰ ਉਹ ਗੱਲ ਦੀ ਖੁਸ਼ੀ ਜ਼ਿਆਦਾ ਹੋਈ, ਨਾ ਕਿ ਇਸ ਗੱਲ ਦੀ ਖੁਸ਼ੀ ਤੋਂ ਕਿ ਚੰਦੂ ਹੁਣ ਰੋਜ਼ ਸਾਈਕਲ ਕਿੰਨਾ ਸ਼ਾਨਦਾਰ ਲੱਗੂਗਾ ਸਾਈਕਲ ਤੇ ਜਾਂਦਾ ਹੋਇਆ। ਔਨ ਦੀ ਐਲੋਂਗੇਟਿਡ ਬੋਲਟ, ਕਹਿੰਦੇ ਜਾਂ ਤਾਂ ਫਿਰ ਉਹ ਮੈਨੂੰ ਬੈਕ, ਜਿਹੜੀ ਬੈਕ ਵੀਲ ਹੁੰਦੀ ਹੈ, ਪਿਛਲਾ ਪਹੀਆ, ਉਹਦੇ ਤੇ ਆਪਾਂ ਕਰੀਅਰ ਜਾ ਲਗਵਾ ਦਿੰਦੇ ਹਾਂ ਨਾ, ਉੱਥੇ ਬਿਠਾ ਕੇ ਮੈਨੂੰ ਲੈ ਕੇ ਜਾਊਗਾ। ਇੱਥੇ ਐਲੋਂਗੇਟਿਡ 23 ਨੰਬਰ ਤੇ ਇਹਦਾ ਮਤਲਬ ਹੈ ਐਕਸਟੈਂਸਿਵ ਇਨ ਲੈਂਥ। ਸਾਈਕਲ ਦੇ ਪਿੱਛੇ ਆਪਾਂ ਇੱਕ ਕਰੀਅਰ ਜਾ ਲਾ ਦਿੰਦੇ ਹਾਂ ਜਿਹਦੇ ਉੱਪਰ ਆਪਾਂ ਕਈ ਵਾਰੀ ਬੈਠ ਕੇ ਚਲੇ ਵੀ ਜਾਂਦੇ ਹਾਂ, ਉਹਨੂੰ ਕਿਹਾ ਜਾਂਦਾ ਹੈ। ਜਾਂ ਫਿਰ ਮੈਨੂੰ ਫਰੰਟ ਬਾਰ ਤੇ ਮੂਹਰਲੇ ਡੰਡੇ ਦੀ ਬਿਠਾ ਕੇ ਲੈ ਜੂ। ਤਾਂ ਹੁਣ ਉਹ ਆਪਣੇ ਦਿਮਾਗ 'ਚ ਸਾਰੀਆਂ ਗੱਲਾਂ ਸੋਚ ਰਿਹਾ ਹੈ। ਇਫ ਹੀ ਡਿਡ ਨੋਟ ਲੈਟ ਮੀ ਲਰਨ ਟੂ ਰਾਈਡ ਮਾਈ ਸੈਲਫ, ਜੇਕਰ ਉਹ ਮੈਨੂੰ ਨਹੀਂ ਸਿੱਖਣ ਦਿੰਦਾ ਸਾਈਕਲ, ਜਾਂ ਫਿਰ ਲੈਂਡ ਮੀ ਦਾ ਮਸ਼ੀਨ ਐਵਰੀ ਨਾਓ ਐਂਡ ਦੈਨ, ਤਾਂ ਫਿਰ ਜੇ ਮੈਂ ਸਿੱਖ ਗਿਆ ਤਾਂ ਮੈਨੂੰ ਕਦੇ ਕਦੇ ਉਹ ਸਾਈਕਲ ਚਲਾਉਣ ਵੀ ਦੇ ਦੂਗਾ। ਤਾਂ ਨਾਓ ਐਂਡ ਦੈਨ ਦਾ ਮਤਲਬ ਹੁੰਦਾ ਬੇਟਾ ਕਦੇ ਕਦੇ।